ਭਗਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੇਰਾ ਸਾਥ ਦੇਣ ਜਾ ਰਹੇ ਨੇ ਦਿੱਲੀ ਤੋਂ ਜਰਮਨਜੀਤ ਸਿੰਘ ਜੀ, ਮੋਹਾਲੀ ਤੋਂ ਸਬਦੀਸ਼ ਜੀ ਅਤੇ ਜਲੰਧਰ ਤੋਂ ਦਿਲਰਾਜ ਜੀ। ਜਰਮਨ ਜੀ, ਸਬਦੀਸ਼ ਜੀ, ਦਿਲਰਾਜ ਜੀ, ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਥੈਂਕ ਯੂ ਜੀ, ਥੈਂਕ ਯੂ। डिबेट नंबर 2 च ਅਸੀਂ ਗੱਲਬਾਤ ਕਰਾਂਗੇ ਦਿੱਲੀ, ਜੋ ਕਿ ਇੰਡੀਆ ਦੀ ਰਾਜਧਾਨੀ ਹੈ। ਆਪ ਦੀ ਗਵਰਨਮੈਂਟ ਹੈ, ਪਰ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਦਿੱਲੀ ਫੁੱਲ ਸਟੇਟ ਨਾ ਹੋਣ ਦੇ ਕਾਰਨ ਕੁਝ ਹੱਕ ਆਪ ਦੀ ਗਵਰਨਮੈਂਟ ਦੇ ਕੋਲ ਨਹੀਂ ਹੈਗੇ। ਜਦੋਂ ਤੋਂ ਹੀ ਆਪ ਦੀ ਗਵਰਨਮੈਂਟ ਬਣੀ ਹੈ, ਬੀਜੇਪੀ ਅਤੇ ਆਪ ਪਾਰਟੀ ਦੋਵਾਂ ਦੇ ਵਿੱਚ ਕੋਈ ਨਾ ਕੋਈ ਗੱਲ ਤੋਂ ਟਸਲ ਚੱਲਦੀ ਹੀ ਰਹਿੰਦੀ ਹੈ। ਚਾਹੇ ਦਿੱਲੀ ਪੁਲਿਸ ਦਾ ਮਾਮਲਾ ਹੋਵੇ, ਚਾਹੇ ਐਲਜੀ ਦਾ ਮਾਮਲਾ ਹੋਵੇ, ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਤੇ ਪ੍ਰਧਾਨ ਮੰਤਰੀ ਦੇ ਵਿੱਚ ਜਾਂ ਫਿਰ ਬੀਜੇਪੀ ਤੇ ਆਪ ਦੇ ਵਿੱਚ ਟਸਲ ਚੱਲਦੀ ਹੀ ਰਹਿੰਦੀ ਹੈ। ਹੁਣ ਇੱਕ ਨਵਾਂ ਮੁੱਦਾ ਸੁਰਖੀਆਂ ਵਿੱਚ ਆਇਆ ਵਾ, ਜੋ ਕਿ ਆਪ ਪਾਰਟੀ ਪਿਛਲੇ ਕੁਝ ਸਮੇਂ ਤੋਂ ਕਾਫੀ ਜ਼ੋਰ ਲਾ ਰਹੀ ਆ। ਉਹ ਹੈ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦਾ ਮਾਮਲਾ। ਜੇ ਦੇਖੀਏ ਤੇ ਜੇ ਇਲੈਕਸ਼ਨ ਡਾਕੂਮੈਂਟਸ ਦੇਖੀਏ ਤੇ ਨਰਿੰਦਰ ਮੋਦੀ ਜੀ ਨੇ ਐਮਏ ਦੀ ਡਿਗਰੀ ਕੀਤੀ ਹੋਈ ਆ ਗੁਜਰਾਤ ਯੂਨੀਵਰਸਿਟੀ ਤੋਂ। ਐਮਏ ਦੀ ਡਿਗਰੀ ਕਰਨ ਤੋਂ ਪਹਿਲਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਕੀਤੀ ਹੋਈ ਆ। ਥੋੜੇ ਚਿਰ ਪਹਿਲਾਂ ਇੱਕ ਆਰਟੀਆਈ ਰਿਪੋਰਟ ਲਾ ਕੇ ਮੋਦੀ ਸਾਹਿਬ ਦੀ ਡਿਗਰੀ ਮੰਗੀ ਗਈ ਸੀ, ਪਰ ਯੂਨੀਵਰਸਿਟੀ ਨੇ ਉਹ ਡਾਕੂਮੈਂਟ ਡਿਸਕਲੋਜ਼ ਕਰਨ ਤੋਂ ਮਨਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਆਪ ਪਾਰਟੀ ਨੇ ਇੱਕ ਵਾਰੀ ਨਹੀਂ ਕਈ ਵਾਰੀ ਕਾਨਫਰੰਸਾਂ ਕਰਕੇ ਤੇ ਮੋਦੀ ਸਾਹਿਬ ਉੱਤੇ ਫੇਕ ਡਿਗਰੀ ਹੋਣ ਦੇ ਐਲੀਗੇਸ਼ਨ ਲਾਏ। ਜੇ ਦੇਖੀਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕੋ ਫੇਕ ਡਿਗਰੀ ਹੋਣਾ ਇੱਕ ਕਾਫੀ ਵੱਡੀ ਜਾਂ ਮੰਦਭਾਗੀ ਗੱਲ ਆ। ਅਸੀਂ ਸਾਰੇ ਹੀ ਜਾਣਦੇ ਹਾਂ ਜਤਿੰਦਰ ਤੋਮਰ ਦਾ ਮਾਮਲਾ, ਜੋ ਕਿ ਆਪ ਗਵਰਨਮੈਂਟ ਦੇ ਐਮਐਲਏ ਸੀ। ਫੇਕ ਡਿਗਰੀ ਦੇ ਮਾਮਲੇ ਵਿੱਚ ਆਪ ਪਾਰਟੀ ਨੂੰ ਕਾਫੀ ਉਸ ਟਾਈਮ ਨੁਕਸਾਨ ਹੋਇਆ ਸੀ। ਅੱਜ ਅਮਿਤ ਸ਼ਾਹ ਤੇ ਅਰੁਣ ਜੇਟਲੀ ਜੀ ਨੇ ਇੱਕ ਪ੍ਰੈਸ ਕਾਨਫਰੰਸ ਜਾਰੀ ਕਰਕੇ ਮੋਦੀ ਸਾਹਿਬ ਦੀ ਡਿਗਰੀ ਸਾਰਿਆਂ ਨੂੰ, ਮੀਡੀਆ ਨੂੰ ਵਿਖਾਈ। ਉਹਦੇ ਥੋੜੇ ਚਿਰ ਬਾਅਦ ਹੀ ਆਪ ਪਾਰਟੀ ਨੇ ਇੱਕ ਹੋਰ ਪ੍ਰੈਸ ਕਾਨਫਰੰਸ ਜਾਰੀ ਕੀਤੀ ਤੇ ਉਸ ਡਿਗਰੀ ਨੂੰ ਫੇਕ ਆਖਿਆ। ਈਵਨ ਦੋ ਕਿ ਅਮਿਤ ਸ਼ਾਹ ਨੂੰ ਇਹ ਵੀ ਕਹਿਤਾ ਕਿ ਅਮਿਤ ਸ਼ਾਹ ਕੋਈ ਰੱਬ ਨਹੀਂ ਆ, ਜਿਹੜੀ ਡਿਗਰੀ ਵਿਖਾ ਦੂਗਾ ਤਾਂ ਡਿਗਰੀ ਨੂੰ ਸੱਚ ਮੰਨ ਲਿਆ ਜਾਊਗਾ। ਗੱਲ ਤੇ ਆਮ ਆਦਮੀ ਪਾਰਟੀ ਦੀ ਕਿਤੇ ਨਾ ਕਿਤੇ ਸੱਚ ਆ ਕਿ ਜੇ ਅਮਿਤ ਸ਼ਾਹ ਜਾਂ ਅਰੁਣ ਜੇਟਲੀ ਕੋਈ ਪੀਸ ਆਫ ਪੇਪਰ, ਕੋਈ ਕਾਗਜ਼ ਦਾ ਟੁਕੜਾ ਪ੍ਰੈਸ ਕਾਨਫਰੰਸ ਵਿਖਾ ਦੇਣ ਤੇ ਉਹਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਜੇ ਮੋਦੀ ਸਾਹਿਬ ਨੇ ਜੇਐਨਯੂ ਤੋਂ ਡਿਗਰੀ ਕੀਤੀ ਆ ਤੇ ਜੇਐਨਯੂ ਨੂੰ ਉਹ ਇਨਫੋਰਮੇਸ਼ਨ ਡਿਸਕਲੋਜ਼ ਕਰਨੀ ਚਾਹੀਦੀ ਸੀ। ਆਓ ਗੱਲਬਾਤ ਕਰਦੇ ਆ ਆਪਣੇ ਪੈਨਲਿਸਟ ਨਾਲ, ਜਾਣਦੇ ਆ ਕਿ ਇਹ ਡਿਗਰੀ ਦਾ ਮਾਮਲਾ ਹੈ ਕੀ। ਸ਼ੁਰੂ ਕਰਦੇ ਆ ਸਬਦੀਸ਼ ਜੀ ਤੋਂ। ਦੇਖੋ ਹਰਪ੍ਰੀਤ ਜੀ, ਗੱਲ ਤੇ ਆਪਾਂ ਇਹ ਕਲੀਅਰ ਕਰ ਲਈਏ ਕਿ ਜਦੋਂ ਇਹ ਜਾਲੀ ਡਿਗਰੀ ਦਾ ਮਾਮਲਾ ਉਠਾਇਆ ਗਿਆ, ਉਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਪ੍ਰਧਾਨ ਮੰਤਰੀ ਕੋਲ ਇਹ ਡਿਗਰੀ ਹੋਣੀ ਚਾਹੀਦੀ ਹੈ ਜਾਂ ਆਹ ਡਿਗਰੀ ਲਾਜ਼ਮੀ ਹੈ ਭਾਰਤ ਦਾ ਪ੍ਰਾਈਮ ਮਿਨਿਸਟਰ ਬਣਨ ਲਈ। ਹਾਲਾਂਕਿ ਬੜੀ ਇੱਕ ਦੇਸ਼ ਦੇ ਵਿੱਚ ਅਜੀਬ ਸਿਚੁਏਸ਼ਨ ਹੈ ਕਿ ਪੰਚਾਇਤ ਦੀ ਚੋਣ ਲੜਨ ਲਈ ਕੁਝ ਸਾਲਾਂ ਤੋਂ ਅਸੀਂ 10ਵੀਂ ਪਾਸ ਵਾਲੀ ਗੱਲ ਸ਼ੁਰੂ ਕਰ ਦਿੱਤੀ ਆ। ਪਾਰਲੀਮੈਂਟ ਵਿਧਾਨ ਸਭਾ ਲਈ आई थिंक सब्दीश जी की आवाज, सब्दीश जी ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? आई थिंक सब्दीश जी ਦੀ ਆਵਾਜ਼ ਕੋਈ मैं तो हाँ जी गो अहेड कहना चाहांगा हरप्रीत जी, मैं सब तो वड्डी गल तो यह कह रहा जो सुखबीर जी गल कर रहे थे, मैं उन्हें कंटिन्यू करना चाहांगा कि जिदा उन्होंने कहा कि जो भी किसी बंदे ने पंचायती चुनाव लड़ने है ਤੇ ਉਦੋਂ ਤਾਂ 10ਵੀਂ ਮੈਂਡੇਟਰੀ ਹੈ, ਪਰ ਜਦੋਂ ਐਮਐਲਏ ਐਮਪੀ ਜਾਂ ਏਡੇ ਵੱਡੇ ਅਹੁਦਿਆਂ ਲਈ ਚੁਣਾਵ ਲੜਨੇ ਆ ਉਦੋਂ ਕੋਈ ਵੀ ਸਿੱਖਿਆ ਕੰਪਲਸਰੀ ਨਹੀਂ ਹੈ। ਪਰ ਜੇ ਆਪਾਂ ਉਹਨੂੰ ਵੀ ਸਾਈਡ ਲਾਈਨ ਤੇ ਗੱਲ ਕਰੀਏ, ਆਪਾਂ ਇਸ ਸਪੈਸੀਫਿਕ ਇਸ਼ੂ ਤੇ ਗੱਲ ਕਰੀਏ, ਅੱਜ ਆਮ ਆਦਮੀ ਪਾਰਟੀ ਸਭ ਤੋਂ ਵੱਡਾ ਮੁੱਦਾ ਚੜ੍ਹਦੀ ਪਈ ਹੈ, ਹਰ ਰੋਜ਼ ਪ੍ਰੈਸ ਕਾਨਫਰੰਸ ਕਰਦੀ ਪਈ ਹੈ ਕਿ ਪੀਐਮ ਦੀ ਡਿਗਰੀ ਜਾਲੀ ਹੈ ਜਾਂ ਪੀਐਮ ਨੇ ਡਿਗਰੀ ਨਹੀਂ ਕੀਤੀ ਹੋਈ। ਕੀ ਸਾਡੇ ਕੋਲ ਇਹੀ ਪ੍ਰਸ਼ਨ ਸਭ ਤੋਂ ਵੱਡਾ ਹੈ? ਕੀ ਸਾਡੇ ਕੋਲ ਇਹੀ ਮੁੱਦੇ ਰਹਿ ਗਏ ਨੇ? ਕੀ ਹੋਰ ਵਿਕਾਸ ਦੇ ਮੁੱਦੇ ਜਾਂ ਹੋਰ ਜਿਹੜੇ ਮੁੱਦੇ ਜਿਹੜੇ ਲੋਕਾਂ ਦੇ ਨਾਲ ਸਰੋਕਾਰ ਰੱਖਦੇ ਨੇ, ਕੀ ਉਹ ਸਾਡੇ ਤੋਂ ਖਤਮ ਹੋ ਚੁੱਕੇ ਨੇ? ਆਮ ਆਦਮੀ ਪਾਰਟੀ ਨੂੰ ਹਮੇਸ਼ਾ ਦੇਖਿਆ ਗਿਆ ਕਿ ਕਰਪਸ਼ਨ ਦੀਆਂ ਗੱਲਾਂ ਕਰਦੇ ਨੂੰ, ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਭਲਾ ਸੋਚਣ ਨੂੰ ਦੇਖਿਆ ਗਿਆ, ਪਰ ਅੱਜ ਉਹ ਵੀ ਉਹੀ ਕੈਟਾਗਰੀ ਵਿੱਚ ਆ ਗਏ ਨੇ ਦੂਜੇ ਨੂੰ ਨੀਵਾਂ ਦਿਖਾਉਣ ਦੀ। ਗੱਲ ਤੇ ਚਲਦੀ ਪਈ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਡਿਗਰੀ ਭਰਦੀ ਹੈ। ਕੀ ਹੋਰ ਇੰਪੋਰਟੈਂਟ ਮੁੱਦੇ ਜਿਹੜੇ ਇੰਡੀਆ ਦੇ ਨੇ, ਚਾਹੇ ਕਰਪਸ਼ਨ ਨੂੰ ਲੈ ਕੇ, ਚਾਹੇ ਡਰੱਗਸ ਨੂੰ ਲੈ ਕੇ, ਚਾਹੇ ਐਜੂਕੇਸ਼ਨ ਨੂੰ ਲੈ ਕੇ, ਚਾਹੇ ਕਿਸਾਨਾਂ ਦੀ ਖੁਦਕੁਸ਼ੀਆਂ ਨੂੰ ਲੈ ਕੇ, ਕੀ ਉਹ ਮੁੱਦੇ ਬਹੁਤ ਪਿੱਛੇ ਰਹਿ ਗਏ ਨੇ? ਇਹ ਸਭ ਤੋਂ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਨੂੰ ਤੇ ਬਾਕੀ ਜਿਹੜੇ ਪੋਲੀਟੀਕਲ ਪਾਰਟੀਆਂ ਉਹਨਾਂ ਸਾਰਿਆਂ ਨੂੰ।
ਚਰਮਨਜੀਤ ਸਿੰਘ ਜੀ। ਹਰਪ੍ਰੀਤ ਜੀ, ਮੈਂ ਇੱਥੇ ਇੱਕ ਕਮੈਂਟ ਦੇਣਾ ਚਾਹਾਂਗਾ ਕਿ ਇਹ ਜਿਹੜਾ ਡਿਗਰੀ ਦਾ ਜਿਹੜਾ ਮੁੱਦਾ ਉਛਲਿਆ ਹੋਇਆ, ਮੈਂ ਕਿਤੇ ਨਾ ਕਿਤੇ ਇਹਨੂੰ ਬਦਲੇ ਦੀ ਰਾਜਨੀਤੀ ਵੀ ਕਹਾਂਗਾ ਕਿ ਆਮ ਤੌਰ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਕਾਂਗਰਸ ਜਾਂ ਬੀਜੇਪੀ ਜਾਂ ਹੋਰ ਪਾਰਟੀਆਂ, ਉਹ ਤਾਂ ਬਦਲੇ ਦੀ ਰਾਜਨੀਤੀ ਕਰਦੀਆਂ ਨੇ, ਪਰ ਇੱਕ ਵੱਖਰੇ ਮੁੱਦੇ ਦੇ ਇੱਕ ਵੱਖਰੇ ਹਵਾ, ਇੱਕ ਲਹਿਰ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ, ਉਸਨੇ ਵੀ ਇਹੀ ਮੁੱਦਾ ਅਪਣਾਉਣਾ ਸ਼ੁਰੂ ਕਰ ਲਿਆ ਹੈ। ਇਹੀ ਜਿਵੇਂ ਕਿ ਬਦਲੇ ਦੀ ਰਾਜਨੀਤੀ, ਜਦੋਂ ਕਿ ਗੱਲ ਕੀਤੀ ਤੁਸੀਂ ਕਿ ਤੇਜਿੰਦਰ ਜਿਹੜਾ ਤੋਮਰ ਸੀ, ਕਾਨੂੰਨ ਮੰਤਰੀ ਸੀ ਦਿੱਲੀ ਸਰਕਾਰ ਦਾ, ਉਹਦੀਆਂ ਡਿਗਰੀਆਂ ਫੇਕ ਨਿਕਲੀਆਂ ਸੀ, ਤਾਂ ਉਹਨੂੰ ਪੁਲਿਸ ਨੇ ਉਸ ਪੂਰੇ ਜਿੱਥੇ ਉਹਨੇ ਦੱਸਿਆ ਕਿ ਉਸਨੇ ਉੱਥੋਂ ਸਟੱਡੀ ਹਾਸਲ ਕੀਤੀ ਹੋਈ ਹੈ, ਉੱਥੇ ਲਿਜਾ ਕੇ ਉਸਨੂੰ ਪੁੱਛਿਆ ਗਿਆ ਸੀ ਕਿ ਤੂੰ ਇੱਥੋਂ ਸਟੱਡੀ ਹਾਸਲ ਕੀਤੀ ਹੈ, ਉਹ ਸਾਰੀ ਜਗ੍ਹਾ ਉਹਨੂੰ ਫੇਰਿਆ ਗਿਆ ਸੀ, ਤਾਂ ਕਿਤੇ ਨਾ ਕਿਤੇ ਜਾ ਕੇ ਉਹ ਗਿਲਟੀ ਪਾਇਆ ਗਿਆ ਸੀ। ਹੁਣ ਉਸ ਤੋਂ ਬਾਅਦ ਹੀ ਇਹ ਮੁੱਦਾ ਜਿਹੜੀ ਆਮ ਆਦਮੀ ਪਾਰਟੀ ਨੇ ਉਹਨੇ ਉਛਾਲਣਾ ਸ਼ੁਰੂ ਕਰਤਾ ਕਿ ਪ੍ਰਧਾਨ ਮੰਤਰੀ ਦੀਆਂ ਡਿਗਰੀਆਂ ਵੀ ਫੇਕ ਨੇ, ਤੇ ਇਸ ਸੰਬੰਧੀ ਉਹਨਾਂ ਨੇ RTI ਵੀ ਪਾਈ, ਜਿਵੇਂ ਕਿ ਤੁਸੀਂ ਦੱਸਿਆ, ਤੇ ਯੂਨੀਵਰਸਿਟੀਆਂ ਨੇ ਉਹ ਜਾਣਕਾਰੀ ਦੇਣ ਤੋਂ ਮਨਾ ਨਹੀਂ ਕਰਦਾ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਸ ਜਿਹੜੀ ਤੁਹਾਨੂੰ ਡਿਗਰੀ ਦਾ, ਜਿਹੜੇ ਬੰਦੇ ਦਾ ਤੁਹਾਨੂੰ ਪੂਰਾ ਡਿਟੇਲ ਚਾਹੀਦੀ ਹੈ, ਉਹਦਾ ਰੋਲ ਨੰਬਰ ਵੀ ਹੋਣਾ ਚਾਹੀਦਾ, ਪਰ ਉਹਦੇ ਰੋਲ ਨੰਬਰ ਨਹੀਂ ਹੈਗਾ, ਇਸ ਕਰਕੇ ਅਸੀਂ ਤੁਹਾਨੂੰ ਡਿਟੇਲ ਨਹੀਂ ਦੇ ਸਕਦੇ। ਉਸ ਤੋਂ ਬਾਅਦ ਹੁਣ ਕਾਫੀ ਮਾਮਲਾ ਉਛਲਦਾ ਹੈ, ਤਾਂ ਬੀਤੇ ਦਿਨ ਹੁਣ ਅਮਿਤ ਸ਼ਾਹ ਤੇ ਅਰੁਣ ਜੇਟਲੀ ਵਿੱਤ ਮੰਤਰੀ, ਇੱਕ ਜਿਹੜੇ ਕਿ ਵੱਡੇ ਕਦਵਾਰ ਨੇਤਾ ਨੇ, ਇੱਕ ਤਾਂ ਸਾਰਥੀ ਨੇ ਆਪਣੇ ਪ੍ਰਧਾਨ ਮੰਤਰੀ ਮੋਦੀ ਦੇ, ਅਮਿਤ ਸ਼ਾਹ ਜੀ ਦੂਜੇ ਵਿੱਤ ਮੰਤਰੀ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਪੈਸ਼ਲ ਉਹ ਇੱਕ ਡਿਗਰੀਆਂ ਏਜੰਸੀ ਕੀਤੀਆਂ ਕਿ ਇਹਦੇ ਵਿੱਚ ਇਹ ਪ੍ਰਧਾਨ ਮੰਤਰੀ ਦੀਆਂ ਡਿਗਰੀਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਕੇਜਰੀਵਾਲ ਨੂੰ ਦੇਸ਼ ਨੂੰ ਝੂਠ ਬੋਲਣ ਦੀ ਅਤੇ ਦੇਸ਼ ਦੀ ਸਾਖ ਖਰਾਬ ਕਰਨ ਦੀ ਉਹਦੇ ਨਾਲ ਉਸਨੂੰ ਜੋੜਤਾ ਕਿ ਕੇਜਰੀਵਾਲ ਨੇ ਦੇਸ਼ ਦੀ ਸਾਖ ਜਿਹੜੀ ਹੈ ਦੁਨੀਆ ਭਰ ਵਿੱਚ ਖਰਾਬ ਕੀਤੀ ਹੈ, ਤੇ ਹੁਣ ਇਹਦੇ ਵਿੱਚ ਉਹਨਾਂ ਨੂੰ ਕੇਜਰੀਵਾਲ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਸ ਤੋਂ ਤੁਰੰਤ ਬਾਅਦ ਬੀਜੇਪੀ ਆਪਣੇ ਆਮ ਆਦਮੀ ਪਾਰਟੀ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਡਿਗਰੀਆਂ ਫਰਜ਼ੀ ਨੇ। ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਡਿਗਰੀ ਦਿਖਾਈ ਗਈ ਹੈ, ਉਹਦੇ ਵਿੱਚ ਇੱਕ ਦੇ ਵਿੱਚ ਜਿਹੜੀ ਮਾਰਕਸ਼ੀਟ ਹੈ ਉਹ 1970 ਦੀ ਹੈ, ਜਦੋਂ ਕਿ ਉਹਦੀ ਜਿਹੜੀ ਡਿਗਰੀ ਹੈ 1978 ਦੀ ਡੇਟ ਦੱਸੀ ਜਾ ਰਹੀ ਹੈ। ਇਸ ਬਿਨਾਂ ਤੇ ਉਹ ਦੱਸਿਆ ਜਾ ਰਿਹਾ ਕਿ ਇਹ ਫੇਕ ਹੈ। ਹੁਣ ਇੱਕ ਗੱਲ ਇੱਥੇ ਇਹ ਆਉਂਦੀ ਹੈ ਕਿ ਫਿਰ ਉਹੀ ਗੱਲ ਜਿਵੇਂ ਕਿ ਦਰਰਾਜ ਨੇ ਕਿਹਾ ਕਿ ਸਿਰਫ ਮੁੱਦੇ ਇਹੀ ਰਹਿ ਗਏ ਨੇ ਡਿਗਰੀ ਨੂੰ ਲੈ ਕੇ, ਜਾਂ ਫਿਰ ਇੱਕ ਦੂਜੇ ਤੇ ਲਾਂਛਨ ਲਾਉਣੇ, ਇੱਕ ਦੂਜੇ ਦੇ ਕਿੱਕਰ ਸੁੱਟਣਾ, ਕਿ ਵਿਕਾਸ ਦੇ ਕੰਮਾਂ ਤੋਂ ਹਟਾ ਕੇ, ਵਿਕਾਸ ਦੇ ਕੰਮਾਂ ਤੋਂ ਲੋਕਾਂ ਦਾ ਧਿਆਨ ਹਟਾ ਕੇ, ਕੀ ਇਹੀ ਮੁੱਦੇ ਰਹਿ ਗਏ ਨੇ। ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਇੱਥੇ। ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੀ ਪ੍ਰੈਸ ਕਾਨਫਰੰਸ ਯੂਨੀਵਰਸਿਟੀਆਂ ਨੂੰ ਕਰਨੀ ਚਾਹੀਦੀ ਸੀ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਡਿਗਰੀ ਸਾਹਮਣੇ ਲਿਆਉਣੀ ਚਾਹੀਦੀ ਸੀ, ਉੱਥੇ ਭਾਜਪਾ ਦੇ ਉੱਘੇ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਹੁਣ ਉੱਥੇ ਇਹ ਆ ਕਿ ਜਿਵੇਂ ਕਿ ਆਸ਼ੂਤੋਸ਼ ਜੀ ਨੇ ਆਮ ਆਦਮੀ ਪਾਰਟੀ ਦੇ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਦਾ ਕਹਿਤਾ, ਜਿਵੇਂ ਦੱਸਿਆ ਕਿ ਅਮਿਤ ਸ਼ਾਹ ਕੋਈ ਰੱਬ ਨਹੀਂ ਹੈ ਕਿ ਉਹ ਕਾਗਜ਼ ਦੇ ਟੁਕੜੇ ਦਿਖਾਉਣਗੇ ਤਾਂ ਲੋਕੀ ਮੰਨ ਜਾਣਗੇ, ਦੇਸ਼ ਦੀ ਜਨਤਾ ਮੰਨ ਜਾਵੇਗੀ ਕਿ ਇਹ ਪ੍ਰਧਾਨ ਮੰਤਰੀ ਦੀ ਡਿਗਰੀ ਹੈ। ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਡਿਗਰੀ ਜਨਤਕ ਕਰਨ ਦੇ ਵਿੱਚ ਇੰਨਾ ਟਾਈਮ ਕਿਉਂ ਲਗਾ ਦਿੱਤਾ ਗਿਆ। ਜੇ ਅਸੀਂ ਦੇਖੀਏ ਤੇ ਦੇਸ਼ ਦੀ ਇੱਕ ਬਹੁਤ ਹੀ ਇੰਪੋਰਟੈਂਟ ਪੋਜੀਸ਼ਨ ਜਾਂ ਇੰਪੋਰਟੈਂਟ ਅਹੁਦਾ ਹੁੰਦਾ ਹੈ ਪ੍ਰਧਾਨ ਮੰਤਰੀ ਦਾ। ਪ੍ਰਧਾਨ ਮੰਤਰੀ ਕੋਲ ਫੇਕ ਡਿਗਰੀ ਜੇ ਹੁੰਦੀ ਆ ਤੇ ਇੱਕ ਕਾਫੀ ਵੱਡਾ ਮੁੱਦਾ ਬਣ ਸਕਦਾ ਵਾ। ਪਰ ਜੋ ਦੂਜੇ ਪਾਸੇ ਦਿਲਰਾਜ ਜੀ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤਰੱਕੀ ਦੇ ਕੰਮਾਂ ਨੂੰ ਛੱਡ ਕੇ ਜਾਂ ਫਿਰ ਦਿੱਲੀ ਵਿੱਚ ਹੋਰ ਕੰਮਾਂ ਨੂੰ ਛੱਡ ਕੇ ਇਸ ਕੰਮ ਵਿੱਚ ਪਈ ਹੋਈ ਹੈ, ਕਿਉਂਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਇਹਦੇ ਵਿੱਚ ਆਪਣੀ ਪਰਸਨਲ ਮੋਦੀ ਜੀ ਨਾਲ ਇਸ਼ੂ ਹੈਗੇ ਨੇ। ਥੋੜੀ ਜੀ ਮੈਂ ਹੋਰ ਨਿਗਾਹ ਮਾਰਨਾ ਚਾਹੂੰਗਾ ਕਿ ਰਾਜਨੀਤਿਕ ਲੋਕਾਂ ਦਾ ਇਹਦੇ ਬਾਰੇ ਕੀ ਵਿਚਾਰ ਆ। ਜੇ ਮੋਦੀ ਸਾਹਿਬ ਅਰਵਿੰਦ ਕੇਜਰੀਵਾਲ ਤੋਂ ਬਾਅਦ ਇੰਡੀਆ ਦੀ ਰਾਜਨੀਤੀ ਵਿੱਚ ਕਿਹਦਾ ਨਾਂ ਉੱਪਰ ਕਿਉਂ ਆਉਂਦਾ ਵਾ ਜਾਂ ਨੈਕਸਟ PM ਦਾ ਨਾਂ ਉੱਪਰ ਕਿਉਂ ਆਉਂਦਾ ਵਾ, ਮੈਂ ਇਹ ਨਹੀਂ ਕਹਿ ਰਿਹਾ ਕਿ ਮੋਦੀ ਸਾਹਿਬ ਨੈਕਸਟ PM ਬਣ ਸਕਦੇ ਜਾਂ ਨਹੀਂ ਬਣ ਸਕਦੇ, ਪਰ ਜੋ ਉਹਨਾਂ ਦੇ ਆਪੋਜ਼ਿਟ ਕਿਹਦਾ ਨਾਂ ਉੱਪਰ ਕਿਉਂ ਆਉਂਦਾ ਵਾ, ਉਹ ਨਿਤੀਸ਼ ਕੁਮਾਰ ਜੀ ਦਾ ਨਾਂ ਉੱਪਰ ਕਿਉਂ ਆਉਂਦਾ। ਅਸੀਂ ਸਾਰੇ ਹੀ ਨਿਤੀਸ਼ ਕੁਮਾਰ ਜੀ ਨੂੰ ਜਾਣਦੇ ਹਾਂ, ਜੋ ਕਿ ਬਿਹਾਰ ਦੇ ਹੁਣ ਤੀਜੀ ਵਾਰ CM ਬਣ ਚੁੱਕੇ ਨੇ, ਕਾਫੀ ਪਪੂਲਰ ਨੇ, ਆਪਣੇ ਕੰਮਾਂ ਵਾਸਤੇ ਕਾਫੀ ਪ੍ਰਸਿੱਧ ਨੇ। ਨਿਤੀਸ਼ ਕੁਮਾਰ ਜੀ ਕੋਲੋਂ ਕੱਲ ਇਹ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਇੱਥੇ ਜੋ ਪ੍ਰਧਾਨ ਮੰਤਰੀ ਦੀ ਡਿਗਰੀ ਦੀ ਗੱਲ ਚੱਲ ਰਹੀ ਹੈ ਤੇ ਕੀ ਕਹਿਣਾ ਚਾਹੋਗੇ, ਤੇ ਨਿਤੀਸ਼ ਕੁਮਾਰ ਸਾਹਿਬ ਨੇ ਇਹੀ ਕਿਹਾ ਸੀ ਕਿ ਮੈਂ ਏਦਾਂ ਦੀਆਂ ਫਜ਼ੂਲ ਗੱਲਾਂ ਤੇ ਬਿਲਕੁਲ ਵੀ ਕਮੈਂਟ ਨਹੀਂ ਕਰੂੰਗਾ, ਮੈਂ ਕਿਹਦੇ ਉੱਤੇ ਵੀ ਪਰਸਨਲ ਅਟੈਕ ਨਹੀਂ ਕਰਦਾ, ਮੈਂ ਏਦਾਂ ਦੀ ਰਾਜਨੀਤੀ ਨਹੀਂ ਕਰਦਾ। ਇੱਕ ਤੇ ਅਸੀਂ ਇਸ ਗੱਲ ਨੂੰ ਕਹਿ ਕੇ ਪੱਲਾ ਝਾੜ ਸਕਦੇ ਹਾਂ, ਪਰ ਦੂਜੇ ਪਾਸੇ ਦੇਸ਼ ਦੇ ਉਹ ਪ੍ਰਧਾਨ ਮੰਤਰੀ ਜਿਹੜੇ ਦੇਸ਼ ਤੋਂ ਕਰਪਸ਼ਨ ਹਟਾਉਣ ਦੀ ਗੱਲਾਂ ਕਰਦੇ ਆ, ਜਿਨ੍ਹਾਂ ਨੇ ਕਿ ਆਮ ਆਦਮੀ ਪਾਰਟੀ ਦੇ MLA ਨੂੰ ਫੇਕ ਡਿਗਰੀ ਦੇ ਕੇਸ ਵਿੱਚ ਆਲਰੇਡੀ ਤੋਮਰ ਸਾਹਿਬ ਨੂੰ ਦਿੱਲੀ ਦੀ ਸੱਤਾ ਤੋਂ ਹੱਥ ਧੋਣੇ ਪਏ ਸੀ। ਤੇ ਕੀ ਨਰਿੰਦਰ ਮੋਦੀ ਜੀ ਦਾ ਆਪ ਇੱਕ ਕਰਤੱਵਯ ਨਹੀਂ ਬਣਦਾ ਕਿ ਆਪਣੀ ਡਿਗਰੀ ਬਾਰੇ ਜਾਣਕਾਰੀ
ਜਨਤਕਰਨ खास करके ओंदो, चाहे कोई पर्सनल इशू करके, चाहे आम आदमी पार्टी पर्सनल खुन्नस करके मोदी साहब तो ਇਹਦਾ जवाब चाहती होवे कि मोदी साहब ਦਾ फर्ज नहीं बनता कि ਇਹ जानकारी ਨੂੰ जनतक ਕਰਨ। देश के प्रधानमंत्री उत्ते फर्जी डिग्री होने का इल्जाम लग रहा है। दिलराज जी, फर्जी डिग्री होने का, जे ਤੁਹਾਡੇ प्रधानमंत्री को फर्जी डिग्री होवे। हरप्रीत जी, शायद यही कारण है कि अमित शाह आप सामने आए ਤੇ ਆਪ ਸਾਹਮਣੇ ਆ ਕੇ ਉਹਨਾਂ ਨੇ ਡਿਗਰੀਆਂ ਪੇਸ਼ ਕੀਤੀਆਂ। ਜੇ ਆਪਾਂ ਇਹ ਲੈ ਕੇ ਚੱਲੀਏ ਕਿ ਮੋਦੀ ਸਾਹਿਬ ਆਪ ਹੀ ਹਰ ਚੀਜ਼ ਸਾਹਮਣੇ ਆਣ ਤੇ ਆਪ ਹੀ ਕਰਨ, ਦੇਸ਼ ਦੇ ਪ੍ਰਧਾਨ ਮੰਤਰੀ ਹੈ, ਥੋੜੀ ਰਿਸਪੈਕਟ ਆਮ ਆਦਮੀ ਪਾਰਟੀ ਤੇ ਬਾਕੀਆਂ ਨੂੰ ਵੀ ਉਹਨਾਂ ਨੂੰ ਦੇਣੀ ਚਾਹੀਦੀ ਹੈਗੀ ਆ। ਐਡੀ ਵੱਡੀ ਗਿਣਤੀ ਦੇ ਨਾਲ ਦੇਸ਼ ਦੇ ਜਨਤਾ ਨੇ ਉਹਨਾਂ ਨੂੰ ਚੁਣਿਆ ਵਾ, ਉਹੀ ਰਿਸਪੈਕਟ ਦੀ ਸ਼ਰਮ ਕਰਕੇ ਜੇ ਉਹ ਅਮਿਤ ਸ਼ਾਹ ਉਹਨਾਂ ਦੀ ਜਗ੍ਹਾ ਸਾਹਮਣੇ ਆ ਗਏ ਨੇ ਤੇ ਡਿਗਰੀਆਂ ਦਿਖਾ ਦਿੱਤੀਆਂ ਗਈਆਂ, ਜਾ ਕੇ ਯੂਨੀਵਰਸਿਟੀ ਤੋਂ ਚੈੱਕ ਕਰ ਦੇਣ। ਪਰ ਸਿਰਫ ਇਹ ਕਹਿਣਾ ਕਿ ਹਰ ਇਸ਼ੂ ਵਿੱਚ ਮੋਦੀ ਸਾਹਿਬ ਆਪ ਹੀ ਆ ਕੇ ਬੋਲਣ, ਚਾਹੇ ਉਹ ਬੀ ਵਾਲਾ ਇਸ਼ੂ ਹੋਵੇ, ਚਾਹੇ ਉਹ ਭਾਰਤ ਮਾਤਾ ਕੀ ਜੈ ਵਾਲਾ ਇਸ਼ੂ ਹੋਵੇ, ਤੇ ਮੈਂ ਸਮਝਦਾ ਕਿ ਇੱਕ ਪ੍ਰਧਾਨ ਮੰਤਰੀ ਜੇ ਹਰ ਇਦਾਂ ਦੇ ਛੋਟੇ ਮੋਟੇ ਇਸ਼ੂ ਤੇ ਵੀ ਸਾਹਮਣੇ ਆ ਕੇ ਬੋਲਣ ਲੱਗ ਪਿਆ ਤੇ ਫਿਰ ਇੰਡੀਆ ਦੀ ਤਰੱਕੀ ਦੀ ਤਾਂ फिर इंडिया ने तरक्की कर दिलराज जी, आई डोंट थिंक ਤੁਸੀਂ ਇਹਨੂੰ ਛੋਟਾ ਮੋਟਾ ਇਸ਼ੂ ਕਹਿ ਸਕਦੇ ਜੋ, ਕਿਉਂਕਿ ਪ੍ਰਧਾਨਮੰਤਰੀ ਉੱਤੇ ਕਿਤੇ ਨਾ ਕਿਤੇ ਕਰਪਸ਼ਨ ਦੇ ਚਾਰजेस ਲੱਗ ਰਹੇ ਨੇ। ਸਬਦੀਸ਼ ਜੀ ਦੀ ਲਾਈਨ ਵਾਪਸ ਜੁੜ ਚੁੱਕੀ ਆ। ਸਬਦੀਸ਼ ਜੀ, ਗੋ ਹੈਡ ਜੀ। ਸਬਦੀਸ਼ ਜੀ, ਤੁਹਾਡੀ ਗੱਲ ਜਿੱਥੋਂ ਕੱਟੀ ਗਈ ਸੀ ਮੈਂ ਚਾਹੂੰਗਾ ਤੁਸੀਂ ਉੱਥੋਂ ਹੀ ਸ਼ੁਰੂ ਕਰ ਲਓ। देखो दिलराज जी, मैं इतना नहीं समझदा कि बीफ वाला मामला एक बिल्कुल पोलिटिकल मामला वा ਜਾਂ ਰਾਸ਼ਟਰ ਧਰੋਹ ਦੇ ਮਾਮਲੇ ਪੋਲੀਟੀਕਲ ਮਾਮਲੇ ਨੇ, ਉਹਨਾਂ 'ਚ ਤਾਂ ਪ੍ਰਧਾਨ ਮੰਤਰੀ ਸਿੱਧਾ ਵੀ ਦਖਲ ਦੇ ਸਕਦੇ ਆ। ਇਸ ਮਾਮਲੇ 'ਚ ਸਿੱਧਾ ਦਖਲ ਦੇਣਾ ਕੋਈ ਜ਼ਰੂਰੀ ਨਹੀਂ ਆ। ਉਹਨਾਂ ਦਾ ਕੋਈ ਵੀ ਪ੍ਰਤੀਨਿਧ ਡਿਗਰੀ ਦਿਖਾ ਸਕਦਾ, ਪਰ ਜੇ ਡਿਗਰੀ ਉੱਤੇ ਸਵਾਲ ਫਿਰ ਵੀ ਉੱਠਦੇ ਨੇ ਤਾਂ ਇਹ ਜ਼ਰੂਰ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮੁੱਦਾ ਹੈ ਕਿ ਇੱਕੋ ਬੰਦੇ ਦੀਆਂ ਦੋ ਵੱਖ-ਵੱਖ ਥਾਵਾਂ ਤੇ ਮਿਲਣ ਵਾਲੀਆਂ ਡਿਗਰੀਆਂ ਦੇ ਵਿੱਚ ਜੇ ਉਹਦੇ ਨਾਵਾਂ ਦੇ ਵਿੱਚ ਫਰਕ ਹੈ ਤਾਂ ਉਹਨੂੰ ਫਰਕ ਨੂੰ ਜ਼ਰੂਰ फाइनली करना चाहिए कि उस फर्क के पीछे वजह की हो सकती है। साडे सामने ये गल बहुत क्लीयर है कि गुजरात के लोग नरेंद्र कुमार भी लिख सकते हैं, नरेंद्र भाई भी लिख सकते हैं, पर एक गल क्लीयर है कि एक बार जो स्टूडेंट का कोई भी नाम किसी भी तरीके के नाल चढ़ जाता कागजां दे विच, ऐसा नहीं हो सकता कि अगले साल उसका जी करे तो कुमार लिख दे, उसका जी करे तो भाई लिख दे। ऐसी चेंज नहीं हो सकती। जो चेंज करानी ਉਹਦੇ ਲਈ ਫਿਰ ਪ੍ਰੋਪਰ ਇੱਕ ਕਾਨੂੰਨੀ ਕਾਰਵਾਈ ਕਰਕੇ ਵੀ ਤੁਸੀਂ ਆਪਣੇ ਨਾਂ ਦੇ ਵਿੱਚ ਚੇਂਜ ਕਰਾ ਸਕਦੇ ਹੋ। ਮੋਦੀ ਸਾਹਿਬ ਦੇ ਡਿਗਰੀਆਂ ਦੇ ਵਿੱਚ ਹੁਣੇ ਰੌਲਾ ਜ਼ਰੂਰ ਆ ਗਿਆ, ਵੈਸੇ ਕੋਈ ਜ਼ਰੂਰਤ ਨਹੀਂ ਸੀ, ਪਰ ਹੁਣ ਕਿਉਂਕਿ ਰੌਲਾ ਪੈ ਗਿਆ ਇਸ ਕਰਕੇ ਮੈਂ ਇਹ ਸਮਝਦਾ ਕਿ ਯੂਨੀਵਰਸਿਟੀ ਜਿਹੜੀਆਂ ਨੇ ਉਹਨਾਂ ਨੂੰ ਡਿਗਰੀ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ। ਹੁਣ ਇਹ ਸਿਆਸਤ ਦੇ ਨਾਲੋਂ ਡਿਗਰੀ ਦਾ ਮਾਮਲਾ ਯੂਨੀਵਰਸਿਟੀਆਂ ਦੇ ਲੈਵਲ ਦੇ ਉੱਤੇ ਜ਼ਿਆਦਾ ਚਲਾ ਗਿਆ। ਜਿਹੜੀ ਯੂਨੀਵਰਸਿਟੀ ਨੇ ਜਦੋਂ ਉਹਨਾਂ ਨੂੰ ਡਿਗਰੀਆਂ ਦਿੱਤੀਆਂ ਨੇ ਉਸ ਰਿਕਾਰਡ ਨੂੰ ਪੇਸ਼ ਕਰ ਦੇਣ, ਉਹਨਾਂ ਕੋਲੋਂ ਇਹ ਰਿਕਾਰਡ ਮੰਗਿਆ ਜਾਣਾ ਚਾਹੀਦਾ ਤੇ ਉਹਦੀ ਪੜਤਾਲ ਹੋ ਜਾਣੀ ਚਾਹੀਦੀ ਆ। ਇਹਦੇ 'ਚ ਹੁਣ ਜਦੋਂ ਚੱਲ ਪਿਆ ਮਾਮਲਾ ਤਾਂ ਕੋਈ ਗੱਲ ਨਹੀਂ, ਇਹਦੇ 'ਚ ਤੁਸੀਂ ਪਰ ਇੱਕ ਨਹੀਂ ਕਹਿ ਸਕਦੇ ਕਿ ਸਾਡੇ ਨੇਤਾ ਸਹੀ ਨੇ ਤੇ ਉਹ ਪ੍ਰਧਾਨ ਮੰਤਰੀ ਨੇ ਤੇ ਇਸ ਕਰਕੇ ਉਹਨਾਂ ਉੱਤੇ ਸਵਾਲ ਨਹੀਂ ਉੱਠ ਸਕਦਾ। ਸਵਾਲ ਤਾਂ ਉੱਠਣਗੇ ਜਦੋਂ ਜਤਿੰਦਰ ਸਿੰਘ ਤੋਮਰ ਬਾਰੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਨੂੰਨ ਮੰਤਰੀ ਸੀ ਉਹਨਾਂ ਦੀ ਡਿਗਰੀ ਬਾਰੇ ਰੌਲਾ ਪਿਆ ਤੇ ਇੱਕ ਵਾਰੀ ਕੇਜਰੀਵਾਲ ਸਾਹਿਬ ਨੇ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਚੈੱਕ ਕਰ ਲਈ ਹੈ ਡਿਗਰੀ ਅਸਲੀ ਹੈ। ਤਾਂ ਮੀਡੀਆ ਨੇ ਉਦੋਂ ਇਹ ਗੱਲ ਨਹੀਂ ਸੀ ਮੰਨੀ ਤੇ ਹੁਣ ਵੀ ਮੀਡੀਆ ਅਮਿਤ ਸ਼ਾਹ ਦੀ ਤੇ ਅਰਥ ਜੇਤਲੀ ਦੀ ਗੱਲ ਕਿਉਂ ਮੰਨੇ ਜਾਂਦੀ, ਕਿਉਂ ਮੰਨਣ, ਪੜਤਾਲ ਹੋ ਜਾਣੀ ਚਾਹੀਦੀ ਹੈ। ਜਿਵੇਂ ਜਤਿੰਦਰ ਤੋਮਰ ਬਾਅਦ ਦੇ ਵਿੱਚ ਗਲਤ ਸਾਬਿਤ ਹੋਏ, ਹੋ ਸਕਦਾ ਪ੍ਰਧਾਨ ਮੰਤਰੀ ਦੀ ਡਿਗਰੀ ਦੀ ਗੱਲ ਹੀ ਸਾਬਿਤ ਹੋ ਜਾਏ। ਸਬਦੀਸ਼ ਜੀ, ਤੁਸੀਂ ਗੱਲ ਬੜੀ ਵਧੀਆ ਕੀਤੀ। ਮੁੱਦਾ ਤੇ ਇੰਪੋਰਟੈਂਟ ਨਹੀਂ ਸੀ, ਮੁੱਦਾ ਤੇ ਇਸ ਲਾਇਕ ਨਹੀਂ ਸੀ ਕਿ ਇੱਥੇ ਡਿਸਕਸ਼ਨ ਜਾਂ ਡਿਬੇਟ ਹੋਣ, ਪਰ ਇਹ ਹੁਣ ਮੁੱਦਾ ਬਣ ਚੁੱਕਿਆ ਵਾ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ, ਦੂਜੇ ਪਾਸੇ ਹੁਣ ਬੀਜੇਪੀ ਦੇ ਪ੍ਰਧਾਨ, ਬੀਜੇਪੀ ਦੇ ਪ੍ਰੈਜ਼ੀਡੈਂਟ ਅਮਿਤ ਸ਼ਾਹ ਵੀ ਸਾਹਮਣੇ ਆ ਚੁੱਕੇ ਨੇ, ਅਰੁਣ ਜੇਟਲੀ ਸਾਹਿਬ ਵੀ ਸਾਹਮਣੇ ਆ ਚੁੱਕੇ ਨੇ ਤੇ ਕਲੀਅਰ ਹੋਣਾ ਬਹੁਤ ਜ਼ਰੂਰੀ ਆ। ਤੇ ਸ਼ਾਇਦ ਦੇਸ਼ ਦੇ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਆ कि नरेंद्र मोदी जी को फर्जी डिग्री है या फिर ये सही डिग्री है। मैं ये नहीं कह रहा कि मोदी साहब को फर्जी डिग्री है, हो सकता कुछ कंफ्यूजन हो, पर वो कंफ्यूजन जरूर क्लियर की जानी चाहिए। बीजेपी की आज प्रेस कॉन्फ्रेंस तो बाद अमित शाह ते अरुण जेटली साहब प्रेस कॉन्फ्रेंस करते हैं, ਉਹਦੇ ਵਿੱਚ डिग्री जारी करते हैं, ਉਹਦੇ तुरंत बाद आम आदमी पार्टी प्रेस कॉन्फ्रेंस करती है तो उस डिग्री ਨੂੰ गलत दस दिया, डेटा की हेर फेर दस दिया। ਸਬਦੀਸ਼ ਜੀ ਨੇ ਨਾ ਦੀ ਹੇਰ ਫੇਰ ਵਾਲੇ ਗੱਲ ਕੀਤੀ, ਨਾ ਦੀ ਹੇਰ ਫੇਰ ਦੱਸ ਦਿਆ। ਉਸ ਤੋਂ ਬਾਅਦ JNU ਤੋਂ ਰੈਕਟ ਸੀਲ ਹੁੰਦੇ ਨੇ।
ਕੋਈ ਨਾ ਕੋਈ ਇਸ਼ੂ ਤੇ ਇਹਦੇ ਵਿੱਚ ਲੱਗ ਰਿਹਾ। ਇੱਕ ਹੋਰ ਗੱਲ ਤੇ ਮੈਂ ਜ਼ਰੂਰ ਚਾਨਣ ਪਾਉਣਾ ਚਾਹੂੰਗਾ। ਅਰਵਿੰਦ ਕੇਜਰੀਵਾਲ ਦੀ ਦੋ ਦਿਨ ਪਹਿਲਾਂ ਮੈਂ ਇੱਕ ਸਪੀਚ ਸੁਣ ਰਿਹਾ ਸੀ ਇਸ ਮਾਮਲੇ ਬਾਰੇ, ਜਿਹਦੇ ਵਿੱਚ ਕਿ ਉਹਨਾਂ ਨੇ ਆਖਿਆ ਸੀ ਕਿ ਸਾਡੇ ਬਹੁਤ ਵੋਲੰਟੀਅਰਸ ਜਾਂ ਸਾਡੇ ਨਾਲ ਆਮ ਆਦਮੀ ਪਾਰਟੀ ਨਾਲ ਬਹੁਤ ਵੋਲੰਟੀਅਰਸ ਜੀਐਨਯੂ ਵਿੱਚ ਹੈਗੇ ਨੇ ਜੋ ਜੁੜੇ ਹੋਏ ਨੇ, ਤੇ ਸਾਨੂੰ ਕਾਫੀ ਜਾਣਕਾਰੀ ਉਹਨਾਂ ਦੇ ਥਰੂ ਮਿਲੀ ਆ ਤੇ ਅਸੀਂ ਕਾਫੀ ਸ਼ੋਰ ਆ ਕਿ ਮੋਦੀ ਸਾਹਿਬ ਨੇ ਉੱਥੋਂ ਡਿਗਰੀ ਨਹੀਂ ਕੀਤੀ। ਇੱਕ ਗੱਲ ਹੋਰ ਮੈਂ ਐਡ ਕਰਨਾ ਚਾਹੁੰਦਾ ਵਾਂ, ਜਿਹਦੇ ਨਾਂ ਦੀ ਡਿਗਰੀ ਜੀਐਨਯੂ ਤੋਂ ਪੇਸ਼ ਕੀਤੀ ਗਈ ਹੈ, ਆਮ ਆਦਮੀ ਪਾਰਟੀ ਦਾ ਇਹ ਵੀ ਕਹਿਣਾ ਹੈ, ਮੈਂ ਇੱਥੇ ਫਿਰ ਤੋਂ ਦੱਸਦਾ, ਆਮ ਆਦਮੀ ਪਾਰਟੀ ਦਾ ਇਹ ਵੀ ਕਹਿਣਾ, ਇਹ ਨਰਿੰਦਰ ਕੁਮਾਰ ਰਾਜਸਥਾਨ ਦਾ ਹੈ, ਇਹ ਨਰਿੰਦਰ ਮੋਦੀ ਬੀਜੇਪੀ ਦਾ ਨਹੀਂ ਹੈ। ਜਦੋਂ ਇੰਨੇ ਐਲੀਗੇਸ਼ਨ ਪ੍ਰਧਾਨ ਮੰਤਰੀ ਉੱਤੇ ਲੱਗ ਜੇ ਤੇ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਦੇ ਵਿੱਚੋਂ ਸਾਫ਼ ਸੁਥਰਾ ਬਾਹਰ ਜ਼ਰੂਰ ਨਿਕਲਣਾ ਚਾਹੀਦਾ ਵਾ। ਇਹ ਉਹੀ ਪ੍ਰਧਾਨ ਮੰਤਰੀ ਨੇ ਜਿਹੜੇ ਜਦੋਂ भाषण देने जाते हैं तो बार बार आते हैं, मेरे 1 साल का काम देख लीजिए, कोई घपला हुआ, मेरे 2 साल का काम देख लीजिए, हमारे ऊपर कोई उंगली उठी। तो मैनू लगता है कि उन प्रधानमंत्री साहब उत्ते उंगलियां उठ रही ने, तो उन्होंने जवाब देना काफी जरूरी है। अर्पित जी, जवाब देना मैं भी समझदा कि जरूरी हैगा ते हो सकता जवाब आएगा भी, क्योंकि कल अमित शाह आए थे, उस तो बाद आम आदमी पार्टी ने प्रेस कॉन्फ्रेंस की है। अज भी सारा दिन देखना पड़ेगा कि बीजेपी किद्दां सामने आती है, बीजेपी वालों केड़ा बंदा सामने आएगा ते केड़ा किद्दां करेगा। पर मैं हजे भी ये कहांगा कि ये कोई क्राइटेरिया नहीं इत्थे फिक्स है कि प्रधानमंत्री लई ये वाली डिग्री चाहिदी हैगी है। हो सकता प्रधानमंत्री को चलो आप मान लीए कोई भी डिग्री नहीं, तां भी देश की जनता ने उन्होंने चुनिया वा, देश के प्रधानमंत्री हैगे। एक डिग्री सही होना या ना सही होने दे नाल आम आदमी पार्टी का कितना क भला होएगा या इंडिया का कितना क भला करा देणगे, मेरा सब तो बड़ा प्रश्न उहदे ते हैगा। मेरा प्रश्न ये नहीं डिग्री सही है कि नहीं सही। ਦਿਲਰਾਜ ਜੀ ਜੇ ਗੱਲ ਨੂੰ ਕੱਟਣਾ ਚਾਹਾਂਗਾ ਕਿ ਗੱਲ ਇਹ ਨਹੀਂ ਹੈ ਕਿ ਮੁੱਦਾ ਹੈ ਜਾਂ ਨਹੀਂ ਹੈ, ਹੁਣ ਮੁੱਦਾ ਬਣ ਗਿਆ ਤਾਂ ਇਹਦੇ ਉੱਤੇ ਇੱਕ ਸਫਾਈ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਡਿਗਰੀਆਂ ਸਹੀ ਨੇ ਜਾਂ ਫਿਰ ਫੇਕ ਨੇ ਜਾਂ ਫਿਰ ਜੈਨੂਅਨ ਨੇ। ਹੁਣ ਸਰਦੀਪ ਜੀ ਪਹਿਲਾਂ ਦੱਸ ਚੁੱਕੇ ਕਿ ਮੁੱਦਾ ਹੈ ਨਹੀਂ ਸੀ, ਹੁਣ ਮੁੱਦਾ ਬਣ ਗਿਆ ਤਾਂ ਇਸ ਮੁੱਦੇ ਤੇ ਬਕਾਇਦਾ ਪ੍ਰਧਾਨ ਮੰਤਰੀ ਨੂੰ ਆ ਕੇ ਖੁਦ ਜਵਾਬ ਦੇਣਾ ਚਾਹੀਦਾ। ਏਦਾਂ ਦੇ ਮੁੱਦੇ ਬਣਦੇ ਰਹੇ ਤੇ ਏਦਾਂ ਦੇ ਮੁੱਦੇ ਅਸੀਂ ਚੱਕਦੇ ਰਹੇ ਜਰਮਨਜੀਤ ਸਿੰਘ ਜੀ, ਫਿਰ ਤਰੱਕੀਆਂ ਮੈਂ ਜਿੱਦਾਂ ਪਹਿਲੇ ਕਿਹਾ ਇੰਡੀਆ ਨੇ ਕਰ ਲਈਆਂ। ਕੱਲ ਨੂੰ ਕੋਈ ਉੱਠੇਗਾ ਉਹ ਕਹੇਗਾ, ਕੱਲ ਨੂੰ ਇੱਕ ਮਿੰਟ ਸਰ, ਕੱਲ ਨੂੰ ਕੋਈ ਉੱਠੇਗਾ ਉਹ ਕਹੇਗਾ, ਕੱਲ ਨੂੰ ਕੋਈ ਉੱਠੇਗਾ ਉਹ ਕਹੇਗਾ ਅਰਵਿੰਦ ਕੇਜਰੀਵਾਲ ਦੀ ਡਿਗਰੀ ਫਰਜ਼ੀ ਆ, ਕੱਲ ਨੂੰ ਕੋਈ ਉੱਠੇਗਾ ਉਹ ਕਹੇਗਾ ਪ੍ਰਕਾਸ਼ ਸਿੰਘ ਬਾਦਲ ਦੀ ਡਿਗਰੀ ਫਰਜ਼ੀ ਆ। ਕੀ ਇਹੀ ਸਾਰਾ ਕੁਝ ਚੱਲਦਾ ਰਹੇਗਾ? ਕੀ ਏਦਾਂ ਇੰਡੀਆ ਤਰੱਕੀ ਕਰੇਗਾ? ਕੀ ਇਹ ਫਰਜ਼ੀ ਡਿਗਰੀਆਂ ਦੀ ਅਸੀਂ ਰੋਂਦੇ ਰਵਾਂਗੇ? ਹੋਰ ਇੰਪੋਰਟੈਂਟ ਇਸ਼ੂ ਹੈ ਕਿ ਹੁਣ ਕੱਲ ਨੂੰ ਮੈਂ ਉੱਠ ਕੇ ਕਹਿੰਦਾ ਅੱਗੇ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਦੀ ਡਿਗਰੀ ਫਰਜ਼ੀ ਹੈ, ਕੀ ਆਪਾਂ ਉਹਦੀ ਵੀ ਇਨਕੁਆਇਰੀ ਸ਼ੁਰੂ ਕਰ ਦੇਵਾਂਗੇ? ਇਦਾਂ ਤਾਂ ਇੱਥੇ 500 550 ਦੇ ਲਾਗੇ ਛਾਗੇ ਐਮਪੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਮਐਲਏ ਹੈਗੇ ਆ। ਦਿਲਰਾਜ ਜੀ ਗੱਲ ਸੁਣ ਦੀ ਹਿੰਮਤ ਰੱਖੋ। ਮੈਂ ਗੱਲ ਕੀਤੀ ਹੈ ਕਿ ਜਿਵੇਂ ਸਰਦੀਪ ਜੀ ਨੇ ਕਿਹਾ ਕਿ ਇਹ ਕੋਈ ਮੁੱਦਾ ਹੈ ਨਹੀਂ, ਪਰ ਹੁਣ ਜੇ ਮੁੱਦਾ ਬਣ ਗਿਆ ਹੈ, ਇਹ ਮੀਡੀਆ ਦੇ ਵਿੱਚ ਆ ਗਿਆ ਹੈ, ਜੇ ਉਹਨਾਂ ਨੇ ਇਹ ਮੁੱਦਾ ਅਰਵਿੰਦ ਕੇਜਰੀਵਾਲ ਬਣਾਉਂਦੇ ਪਏ ਨੇ, ਕੀ ਉਹਦੇ ਕੋਲ ਕੋਈ ਹੋਰ ਕੰਮ ਨਹੀਂ ਹੈਗਾ? ਕੀ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਕੋਲ ਹੋਰ ਕੋਈ ਕੰਮ ਨਹੀਂ ਹੈਗਾ? ਇਹਦੇ ਨਾਲ ਜੇ ਅਮਿਤ ਸ਼ਾਹ ਨੇ ਇਹ ਗੱਲ ਕਹਿਤੀ ਹੈ ਕਿ ਇਹਦੇ ਨਾਲ ਦੇਸ਼ ਦੀ ਸਾਖ ਖਰਾਬ ਹੋ ਰਹੀ ਹੈ, ਇਹਨੂੰ ਦੇਸ਼ ਦੇ ਨਾਲ ਜੋੜ ਕੇ ਦੁਨੀਆ ਦੇ ਵਿੱਚ ਪ੍ਰਚਲਿਤ ਕੀਤਾ ਜਾ ਕੇ ਇਹਦੇ ਨਾਲ ਪ੍ਰਧਾਨ ਮੰਤਰੀ ਦੀ ਡਿਗਰੀ ਪੁੱਛਣ ਦੇ ਨਾਲ ਦੇਸ਼ ਦੀ ਸਾਖ ਖਰਾਬ ਹੋ ਰਹੀ ਹੈ। ਹੁਣ ਜੇ ਇਹ ਦੇਸ਼ ਦੀ ਸਾਖ ਦੀ ਗੱਲ ਆ ਗਈ ਹੈ ਤਾਂ ਫਿਰ ਪ੍ਰਧਾਨ ਮੰਤਰੀ ਕਿਉਂ ਨਹੀਂ ਆਉਂਦੇ ਦੇਸ਼ ਦੀ ਸਾਖ ਬਚਾਉਣ ਦੇ ਲਈ ਅੱਗੇ? ਸਰ ਏਦਾਂ ਤਾਂ ਜਿਹੜਾ ਵੀ ਏਦਾਂ ਕੱਲ ਨੂੰ ਕੋਈ ਹੋਰ ਉੱਠੇਗਾ, ਰਾਜਨਾਥ ਸਿੰਘ ਉੱਠੇਗਾ, ਰਾਜਨਾਥ ਸਿੰਘ ਦੀ ਡਿਗਰੀ ਫਰਜ਼ੀ ਆ, ਏਦਾਂ ਤਾਂ ਦੇਸ਼ ਦੀ ਸਾਖ ਨੂੰ ਫਰਜ਼ੀ ਲੱਗੀ ਜਾਏਗੀ ਤੇ ਹਰ ਗੱਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਕੇ ਬੋਲਣਗੇ। ਹਰ ਗੱਲ ਤੇ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਦਿਲਰਾਜ ਜੀ ਜਰਮਨਜੀਤ ਸਿੰਘ ਜੀ, ਜਰਮਨਜੀਤ ਸਿੰਘ ਜੀ ਐਂਡ ਦਿਲਰਾਜ ਜੀ, ਮੈਂ ਥੋੜਾ ਜਿਹਾ ਤੁਹਾਨੂੰ ਕਹਾਂਗਾ ਕਿ ਜੇ ਤੁਸੀਂ ਦੋਵੇਂ ਵਾਰੀ-ਵਾਰੀ ਗੱਲ ਕਰ ਲਓ, ਪਹਿਲਾਂ मैं पहला भी कह चुका कि इस देश के बड़े बड़े अजीब काम होते हैं। पंचायत की चोन लड़न की 10वीं पास होना जरूरी है, प्रधानमंत्री की 10वीं पास होना कोई जरूरी नहीं। तो मैं कहना कि नहीं जरूरी कानून मुताबिक प्रधानमंत्री की डिग्री ਉਹਦੇ ਕੋਲੇ ਕਿਹੜੀ ਆ ਇਹ ਇਸ਼ੂ ਨਹੀਂ ਹੈ। डिग्री का रौला वा ਇਹ इशू है। जो तो अमित शाह अरुण जेटली दोनों कहते आ कि पब्लिक डोमेन के उत्ते ਤੁਸੀਂ सियासत का प्यार इन्ना घेर दिता, इस करके देश को दुनिया को माफी मंगनी चाहिए केजरीवाल को, क्योंकि असं जो डिग्रियां पेश कर रहे हैं ये ओरिजिनल ने, इन्होंने कोई हेराफेरी नहीं है, इन्होंने कोई फेकिज्म नहीं है। तो हुण जे उन्होंने रिपीट कर दिता कि ये फेक डिग्रियां ने, इन्होंने कोई गड़बड़ है। तो मैं कहना देश की साख बचाने हुण इस तो बिना
ਸਰਕਾਰਾਂ ਦੀਆਂ ਤੇ ਯੂਨੀਵਰਸਿਟੀਆਂ ਅੱਗੇ ਆਉਣ ਤੇ ਉਹ ਉਹਨਾਂ ਡਿਗਰੀਆਂ ਬਾਰੇ ਜੋ ਵੀ ਸੱਚ ਆ ਉਹਦੇ ਬਾਰੇ ਜ਼ਾਹਰ ਕਰ ਦੇਣ ਤੇ ਉਸ ਤੋਂ ਬਾਅਦ ਜੇ ਗਲਤ ਸਾਬਤ ਹੁੰਦੇ ਨੇ ਕੇਜਰੀਵਾਲ ਤਾਂ ਫਿਰ ਕੇਜਰੀਵਾਲ ਮਾਫੀ ਮੰਗੇ ਜਾਂ ਨਾ ਮੰਗੇ, ਕੇਜਰੀਵਾਲ ਫਿਰ ਆਪਣੇ ਆਪ ਕਟਹਿਰੇ ਦੇ ਵਿੱਚ ਹੈ ਤੇ ਜੇ ਇਹ ਰੌਲਾ ਪੈਂਦਾ ਰਹੇਗਾ ਤਾਂ ਪ੍ਰਧਾਨ ਮੰਤਰੀ ਕਟਹਿਰੇ 'ਚ ਰਹਿਣਗੇ। ਬਿਲਕੁਲ ਬਿਲਕੁਲ। ਦਿਲਰਾਜ ਸਿੰਘ ਜੀ, ਮੈਂ ਸਾਰਿਆਂ ਨੂੰ ਕਹੂੰਗਾ ਵਾਰੀ-ਵਾਰੀ ਗੱਲ ਕਰੋ, ਕਿਉਂਕਿ ਜਦੋਂ ਤੁਸੀਂ ਇਕੱਠੇ ਬੋਲਦੇ ਹੋ ਸਮਝ ਨਹੀਂ ਆਉਂਦੀ। ਦਿਲਰਾਜ ਸਿੰਘ ਜੀ ਗੋ ਹੈਡ, ਤੁਸੀਂ ਆਪਣੀ ਗੱਲ ਪੂਰੀ ਕਰ ਲਿਓ। ਜਰਮਨਜੀਤ ਸਿੰਘ ਜੀ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਕਰਿਓ। ਸਰ ਸਾਨੂੰ ਐਜ਼ ਅ ਮੀਡੀਆ, ਸਿਰਫ ਚੱਕ ਦੇ ਟੀਵੀ ਦੀ ਟੀਮ ਨਹੀਂ, ਐਜ਼ ਅ ਮੀਡੀਆ ਸਾਰੇ ਮੀਡੀਆ ਹਾਊਸਿਸ ਨੂੰ ਜਿਨ੍ਹਾਂ ਦੇ ਇਹਨੂੰ ਇਸ਼ੂ ਬਣਾ ਦਿੱਤਾ ਗਿਆ, ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਇਸ਼ੂਜ਼ ਬਹੁਤ ਹੋਰ ਇੰਪੋਰਟੈਂਟ ਦੇ ਆਪਾਂ ਇਹ ਪੋਲੀਟੀਕਲ ਜਾਂ ਪੋਲੀਟੀਸ਼ੀਅਨ ਲੋਕਾਂ ਦੇ ਪਿੱਛੇ ਲੱਗ ਕੇ, ਮੈਂ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਵੀ ਹੁਣ ਉਨੀ ਹੀ ਪੋਲੀਟੀਕਲ ਪਾਰਟੀ ਸਮਝਦਾ ਜਿੰਨਾ ਮੈਂ ਕਾਂਗਰਸ ਨੂੰ ਸਮਝਦਾ ਸੀ, ਜਿੰਨਾ ਮੈਂ ਬੀਜੇਪੀ ਨੂੰ ਸਮਝਦਾ ਸੀਗਾ। ਆਪਾਂ ਇਹ ਪੋਲੀਟੀਕਲ ਜਾਂ ਪੋਲੀਟੀਸ਼ੀਅਨਾਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਨਾ ਉਲਝੀਏ ਕਿ ਇਹ ਮੁੱਦਾ ਹੈਗਾ ਕਿ ਨਹੀਂ ਹੈਗਾ, ਜਾਂ ਸਰਕਾਰਾਂ ਨੂੰ ਜਾਂ ਯੂਨੀਵਰਸਿਟੀਆਂ ਨੂੰ ਇਹ ਮੁੱਦਾ ਕਲੀਅਰ ਕਰਨਾ ਚਾਹੀਦਾ ਵਾ। ਆਪਾਂ ਦੇਖੀਏ ਕਿ ਹੋਰ ਕਿਹੜੇ ਇੰਪੋਰਟੈਂਟ ਮੁੱਦੇ ਹੈਗੇ ਨੇ ਜਿਹੜੇ ਹਿੰਦੁਸਤਾਨ ਦੀ ਰਾਜਨੀਤੀ, ਹਿੰਦੁਸਤਾਨ ਦੀ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ। ਬਿਲਕੁਲ, ਮੈਂ ਤੇ ਦਿਲਰਾਜ ਜੀ ਦਾ ਜਵਾਬ ਦੇਣਾ ਚਾਹਾਂਗਾ ਕਿ ਬਿਲਕੁਲ ਹੋਰ ਵੀ ਬਹੁਤ ਮੁੱਦੇ ਨੇ ਬਹਿਸ ਕਰਨ ਦੇ ਲਈ, ਜਿਵੇਂ ਕਿ ਪਿੱਛੇ ਆਪਾਂ ਗੱਲ ਕੀਤੀ ਸੀ ਕਿ ਇਹ ਜਿਹੜਾ ਆਪਣੇ ਸੈਸ਼ਨ ਦਾ ਜਿਹੜਾ ਕੀਮਤੀ ਸਮਾਂ ਹੈ ਉਹ ਜਿਹੜੇ ਘੁਟਾਲੇ ਨੇ ਉਹਨਾਂ ਦੇ ਮੁੱਦਿਆਂ ਦੇ ਉੱਤੇ ਬਹਿਸ ਕਰਕੇ ਜਾਇਜ਼ ਕਰ ਦਿੱਤਾ ਜਾਂਦਾ। ਤੇ ਇਸੇ ਤਰ੍ਹਾਂ ਇੱਕ ਜਿਹੜਾ ਡਿਗਰੀ ਦਾ ਮੁੱਦਾ ਹੈ, ਇਹ ਮੁੱਦਾ ਸੰਸਦ ਤੋਂ ਬਾਹਰ ਜ਼ਰੂਰ ਹੈ, ਪਰ ਜਿਵੇਂ ਕਿ ਮੈਂ ਫਿਰ ਇਹਨੂੰ ਦੁਹਰਾ ਦਿੰਦਾ ਹੈ ਕਿ ਇਹ ਮੁੱਦਾ ਨਹੀਂ ਸੀ ਪਰ ਇਹਨੂੰ ਮੁੱਦਾ ਬਣਾ ਦਿੱਤਾ ਗਿਆ। ਹੁਣ ਜੇ ਮੁੱਦਾ ਬਣ ਗਿਆ ਹੈ, ਪਹਿਲੀ ਗੱਲ ਹੈ ਕਿ ਮੈਂ ਫਿਰ ਸਟਾਰਟਿੰਗ ਦੇ ਵਿੱਚ ਇਹ ਕਿਹਾ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਵੱਖਰੀ ਤਰ੍ਹਾਂ ਦੀ ਪਾਰਟੀ ਬਣ ਕੇ ਉੱਭਰੀ ਸੀ, ਪਰ ਉਹ ਵੀ ਹੁਣ ਕਿਤੇ ਨਾ ਕਿਤੇ ਆਣ ਕੇ ਉਹਨਾਂ ਜਿਹੜੇ ਰਵਾਇਤੀ ਪਾਰਟੀਆਂ ਨੇ ਉਹਨਾਂ ਵਾਂਗੂ ਆ ਕੇ ਹੀ ਬਦਲਾ ਲਾਊ, ਜਿਹੜੀ ਬਦਲਾਪੁਰੀ ਦੀ ਰਾਜਨੀਤੀ ਕਰ ਰਹੀ ਹੈ। ਕਿਉਂਕਿ ਪਹਿਲਾਂ ਬੀਜੇਪੀ ਨੇ ਜਤਿੰਦਰ ਤੋਮਰ ਦੀ ਡਿਗਰੀ ਦਾ ਸਵਾਲ ਚੁੱਕਿਆ, ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਡਿਗਰੀਆਂ ਦਾ ਸਵਾਲ ਚੁੱਕਿਆ। ਕਿਸੇ ਨਾ ਕਿਸੇ ਤਰੀਕੇ ਚਲੋ ਬੀਜੇਪੀ ਨੂੰ ਸਾਹਮਣੇ ਆਉਣਾ ਪਿਆ, ਕਿਸੇ ਨਾ ਕਿਸੇ ਅਮਿਤ ਸ਼ਾਹ ਨੂੰ, ਅਰੁਣ ਜੇਤਲੀ ਨੂੰ ਪ੍ਰੈਸ ਕਾਨਫਰੰਸ ਕਰਕੇ ਸਾਹਮਣੇ ਆਉਣਾ ਪਿਆ। ਪਰ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ, ਜਦੋਂ ਪਹਿਲੀ ਗੱਲ ਤਾਂ ਇੱਥੇ ਯੂਨੀਵਰਸਿਟੀਆਂ ਨੂੰ ਸਾਹਮਣੇ ਆਉਣਾ ਚਾਹੀਦਾ ਸੀ, ਠੀਕ ਹੈ, ਜਿਨ੍ਹਾਂ ਤੋਂ ਉਹਨਾਂ ਨੇ ਇਹ ਕੀਤੀ ਹੋਈ ਹੈ। ਹੁਣ ਜੇ ਅਮਿਤ ਸ਼ਾਹ ਨੇ ਆ ਕੇ ਉੱਥੇ ਇਹ ਸਵਾਲ ਖੜਾ ਕਰ ਦਿੱਤਾ ਕਿ ਇਹ ਡਿਗਰੀ ਦੀ ਮੰਗ ਕਰਕੇ ਇਹ ਕਹਿ ਕੇ ਕੇਜਰੀਵਾਲ ਨੇ, ਆਮ ਆਦਮੀ ਪਾਰਟੀ ਨੇ ਦੇਸ਼ ਦੀ ਸਾਖ ਖਰਾਬ ਕੀਤੀ ਹੈ, ਇਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਉਹਨਾਂ ਨੇ ਝੂਠ ਬੋਲਿਆ, ਠੀਕ ਹੈ। ਹੁਣ ਜਦੋਂ ਉਹਨਾਂ ਨੇ ਇਹ ਡਿਗਰੀਆਂ ਜਨਤਕ ਕਰ ਦਿੱਤੀਆਂ, ਹੁਣ ਤੁਰੰਤ ਉਸ ਤੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਆਮ ਆਦਮੀ ਪਾਰਟੀ ਵਾਲੇ, ਉਹ ਕਹਿੰਦੇ ਕਿ ਇਹਦੇ ਵਿੱਚ ਗੜਬੜੀਆਂ, ਉਹਨਾਂ ਨੇ ਡੇਟਾ ਨਾਲ ਦੱਸਿਆ, ਉਹਨਾਂ ਨੇ ਨਾਮਾਂ ਦਾ ਦੱਸਿਆ, ਜਿਵੇਂ ਕਿ ਉਹ ਲੱਗਦਾ ਵੀ ਹੈ ਕਿ ਉਹਦੇ ਵਿੱਚ ਹੈ। ਹੁਣ ਇਸ ਤੋਂ ਬਾਅਦ ਜਦੋਂ ਫਿਰ ਗੱਲ ਇਹ ਮਾਮਲਾ ਖਤਮ ਨਹੀਂ ਹੋ ਰਿਹਾ ਤੇ ਜਦੋਂ ਹੁਣ ਅਮਿਤ ਸ਼ਾਹ ਨੇ ਕਹਿਤਾ ਕਿ ਦੇਸ਼ ਦੀ ਸਾਖ ਖਰਾਬ ਕਰ ਰਹੇ ਨੇ, ਤਾਂ ਹੁਣ ਇੱਥੇ ਆ ਕੇ ਉਹਨਾਂ ਨੇ ਇੱਕ ਵਾਰ ਜੋ ਕਹਿਤਾ ਕਿ ਫੇਕ ਹੈ, ਤਾਂ ਹੁਣ ਇੱਥੇ ਆ ਕੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਾਖ ਬਚਾਉਣ ਲਈ ਜਵਾਬ ਦੇਣਾ ਪਵੇਗਾ, ਸਫਾਈ ਦੇਣੀ ਪਵੇਗੀ। ਹੁਣ ਇਹ ਗੱਲ ਨਹੀਂ ਹੈ ਕਿ ਮੁੱਦਾ ਕੀ, ਹੁਣ ਜਿਹੜੇ ਮੁੱਦੇ ਤੇ ਪ੍ਰਧਾਨ ਮੰਤਰੀ ਤੇ ਉਂਗਲ ਉੱਠ ਰਹੀ ਹੈ, ਸਾਰੇ ਮੁੱਦੇ ਇਸ ਤੋਂ ਹੁਣ ਪਿੱਛੇ ਹਟ ਜਾਂਦੇ, ਕਿਉਂਕਿ ਹੁਣ ਪ੍ਰਧਾਨ ਮੰਤਰੀ ਤੇ ਉਂਗਲ ਉੱਠ ਰਹੀ ਹੈ, ਪ੍ਰਧਾਨ ਮੰਤਰੀ ਤੋਂ ਵੱਧ ਕੇ ਹੁਣ ਦੇਸ਼ ਤੇ ਉਂਗਲ ਉੱਠ ਰਹੀ ਹੈ, ਕਿਉਂਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਭਾਰਤ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਚੁਣਿਆ, ਬਹੁਮਤ ਦੇ ਨਾਲ ਚੁਣਿਆ। ਤੇ ਹੁਣ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ, ਜਿਵੇਂ ਸ਼ਬਦੇਸ਼ ਜੀ ਨੇ ਕਿਹਾ ਹੈ ਕਿ ਕੋਈ ਕੁਆਲੀਫਿਕੇਸ਼ਨ ਮਾਇਨੇ ਨਹੀਂ ਰੱਖਦੀ, ਪਰ ਫਿਰ ਵੀ ਜੇ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਡਿਗਰੀਆਂ ਦਾ ਹਵਾਲਾ ਦਿੱਤਾ ਹੈ ਤਾਂ ਅਸਲੀ ਹੋਣੀਆਂ ਚਾਹੀਦੀਆਂ ਨੇ, ਬਕਾਇਦਾ ਅਸਲੀ ਹੋਣੀਆਂ ਹੀ ਚਾਹੀਦੀਆਂ ਨੇ। ਫੇਕ ਡਿਗਰੀਆਂ ਦਾ ਤੁਸੀਂ ਹਵਾਲਾ ਵੀ ਨਹੀਂ ਦੇ ਸਕਦੇ। ਹੁਣ ਜੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੇ ਦੇਸ਼ ਦੀ ਸਾਖ ਦੀ ਗੱਲ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਨੂੰ ਇੱਥੇ ਜਵਾਬ ਦੇਣਾ ਚਾਹੀਦਾ ਹੈ, ਸਫਾਈ ਦੇਣੀ ਚਾਹੀਦੀ ਹੈ। ਇੱਕ ਤੁਸੀਂ ਕਾਫੀ ਇੰਪੋਰਟੈਂਟ ਗੱਲ ਭੁੱਲ ਰਹੇ ਜੋ, ਜਤਿੰਦਰ ਤੋਮਰ ਦੇ ਮਾਮਲੇ ਵਿੱਚ ਫੇਕ ਡਿਗਰੀ ਦਾ ਕੇਸ ਹੀ ਰਜਿਸਟਰ ਹੋਇਆ ਸੀ, ਉਹਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। ਤਾਂ ਸਾਰੇ ਨੂੰ ਚੇਤਾ ਹੋਊਗਾ ਕਿ ਸ਼ੁਰੂ ਅਰਵਿੰਦ ਕੇਜਰੀਵਾਲ ਸਾਹਿਬ ਜਤਿੰਦਰ ਤੋਮਰ ਨੂੰ ਡਿਫੈਂਡ ਕਰ ਰਹੇ ਸੀ, ਕਾਫੀ ਦੇਰ ਤੱਕ ਵੀ ਜਤਿੰਦਰ ਤੋਮਰ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਡਿਫੈਂਡ ਕਰਦੇ ਰਹੇ। और बाद में जाके जो दिल्ली पुलिस ने एक केस जतेंद्र तोमर को अरेस्ट कर लिया, तो बाद जाकर उन्होंने पार्टी को निलंबित भी कर दिया गया। क्वेश्चन है कि जब प्रधानमंत्री को फेक डिग्री केस, फेक डिग्री मीडिया ने कि जो तोमर सामना होया वही प्रधानमंत्री सामना होना चाहिए, या फिर दोनों वास्ते कानून अलग अलग होगा? ਹਰਪ੍ਰੀਤ ਜੀ, ਜੇ ਤੇ ਕਾਨੂੰਨ ਹੈ ਤਾਂ ਫਿਰ ਤਾਂ ਇੱਕੋ ਹੀ ਹੋਏਗਾ ਦੋਨਾਂ ਨਾਲ। ਉਹ ਵੀ ਚੁਣੇ ਹੋਏ ਨੁਮਾਇੰਦੇ ਸਨ ਤੇ ਉਹਨਾਂ ਨਾਲ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਜੋ ਹੋਇਆ ਉਹ ਠੀਕ ਹੋਇਆ। ਇਹ ਵੀ ਚੁਣੇ ਹੋਏ ਨੁਮਾਇੰਦੇ ਨੇ ਦੇਸ਼ ਦੇ, ਜੇ ਸੱਚਮੁੱਚ ਡਿਗਰੀਆਂ ਜਾਲੀ ਸਾਬਤ ਹੁੰਦੀਆਂ ਤੇ ਇਹਨਾਂ ਨਾਲ ਵੀ ਉਹੀ ਹੋਣਾ ਚਾਹੀਦਾ। ਪਰ ਇੱਕ ਗੱਲ ਜ਼ਰੂਰ ਆਪਾਂ ਨੂੰ ਖਿਆਲ 'ਚ ਰੱਖਣਾ ਚਾਹੀਦਾ ਕਿ ਹਾਲੇ ਇਹ ਸਾਬਤ ਨਹੀਂ ਹੋ ਗਿਆ ਕਿ ਡਿਗਰੀਆਂ ਸੱਚਮੁੱਚ ਜਾਲੀ ਨੇ ਤੇ ਅਸੀਂ ਇਹਨਾਂ ਡਿਗਰੀਆਂ ਨੂੰ ਕਥਿਤ
ਤੌਰ ਤੇ ਜਾਲੀ ਡਿਗਰੀਆਂ ਹੀ ਕਹਿ ਸਕਦੇ ਹਾਂ। ਪਰ ਇੱਕ ਇੰਟਰਸਟਿੰਗ ਗੱਲ ਇਹਦੇ ਵਿੱਚ ਹੋਰ ਹੈ ਕਿ ਜਦੋਂ ਮਾਮਲਾ ਤੋਮਰ ਦਾ ਆਇਆ ਸੀ ਤਾਂ ਬੀਜੇਪੀ ਉਹਨੂੰ ਤੁਰੰਤ ਕੋਰਟ ਦੇ ਵਿੱਚ ਲਿਜਾਣਾ ਵੀ ਪਸੰਦ ਕਰਦੀ ਸੀ, ਉਹਨਾਂ ਦੇ ਕੇਸ ਦਰਜ ਕਰਨਾ ਵੀ ਪਸੰਦ ਕਰਦੀ ਸੀ। ਇਸ ਵਾਰ ਬੀਜੇਪੀ ਕੋਸ਼ਿਸ਼ ਇਹ ਕਰ ਰਹੀ ਹੈ ਕਿ ਮਾਮਲਾ ਕੋਰਟ ਤੋਂ ਨਹੀਂ ਜਾਣਾ ਚਾਹੀਦਾ। ਜੇ ਬੀਜੇਪੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਮਾਮਲਾ ਕੋਰਟ ਤੋਂ ਨਹੀਂ ਜਾਣਾ ਚਾਹੀਦਾ ਤਾਂ ਇਹਨੇ ਮਾਮਲੇ ਵਿੱਚ ਸ਼ੱਕੀ ਹੋਰ ਬਣਾ ਦਿੱਤਾ। ਇਸ ਗੱਲ ਤੋਂ ਤਾਂ ਸਾਨੂੰ ਇਨਕਾਰ ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ ਬੀਜੇਪੀ ਕੋਰਟ ਜਾਣਾ ਚਾਹੁੰਦੀ? ਇੱਕ ਬੰਦਾ ਉੱਠ ਕੇ, ਚਾਹੇ ਉਹ ਕਿਸੇ ਸੂਬੇ ਦਾ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ, ਤੇ ਪ੍ਰਧਾਨ ਮੰਤਰੀ ਦੀ ਇੱਜ਼ਤ ਨੂੰ ਹੱਥ ਪਾ ਦਿੰਦਾ, ਉਹਦੇ ਉੱਤੇ ਜਾਲੀ ਡਿਗਰੀ ਦਾ ਇਲਜ਼ਾਮ ਲਾ ਦਿੱਤਾ ਤੇ ਦੇਸ਼ ਦੀ ਪ੍ਰਮੁੱਖ ਪਾਰਟੀ, ਰਾਜ ਕਰਦੀ ਪਾਰਟੀ ਨੂੰ ਉਹਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਨ ਚ ਕੀ ਤਕਲੀਫ ਹੈ? ਕਿਉਂ ਨਹੀਂ ਕਰ ਦਿੰਦੀ ਬੀਜੇਪੀ ਉਹਦੇ ਖਿਲਾਫ ਮਾਨਹਾਨੀ ਦਾ ਕੇਸ? ਜੇ ਉਹਦੇ ਸੱਚਮੁੱਚ ਹੀ ਇੰਨਾ ਕਹਿਣ ਦੀ ਕੀ ਲੋੜ ਹੈ ਕਿ ਤੁਸੀਂ ਦੇਸ਼ ਤੇ ਦੁਨੀਆ ਤੋਂ ਮਾਫੀ ਮੰਗੋ? ਆਪੇ ਜਦੋਂ ਕਾਨੂੰਨ ਦੇ ਵਿੱਚ ਫਸ ਜੂਗਾ, ਦੁਨੀਆ ਦੇ ਸਾਹਮਣੇ ਮਾਫੀ ਮੰਗ ਲਈ, ਝੂਠਾ ਵੀ ਸਾਬਿਤ ਹੋ ਜੂ। ਕਿਉਂ ਨਹੀਂ ਬੀਜੇਪੀ ਕੋਰਟ ਦੇ ਵਿੱਚ ਚਲੇ ਜਾਂਦੀ ਕੇਜਰੀਵਾਲ ਦੇ ਖਿਲਾਫ? ਸਰ, ਕੋਰਟ ਦੇ ਵਿੱਚ ਜਾਣਾ ਹੀ ਸਾਰੀਆਂ ਚੀਜ਼ਾਂ ਦਾ ਹੱਲ ਨਹੀਂ ਹੁੰਦਾ। ਕੋਰਟ ਦੇ ਵਿੱਚ ਤਾਂ ਅੱਜ ਵਿਕਰਮਜੀਤ ਮਜੀਠੀਆ ਵੀ ਗਏ ਹੋਏ ਨੇ ਸੰਜੇ ਸਿੰਘ ਜੀ ਦੇ ਖਿਲਾਫ, ਤੇ ਕੀ ਹੋ ਗਿਆ ਉਹਦੇ ਵਿੱਚ? ਕਿਹੜਾ ਮਾਨਹਾਨੀ ਦਾ ਮੁਕੱਦਮਾ ਉਹਦੇ ਵਿੱਚ ਦਾਇਰ ਹੋ ਗਿਆ ਜਾਂ ਕਿੰਨੀ ਕੁ ਉਹਨਾਂ ਨੂੰ ਸਜ਼ਾ ਮਿਲ ਗਈ? ਆਪਾਂ ਕੋਰਟ 'ਚ ਜੇ ਜਾਣਾ ਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਉਹ ਨਹੀਂ ਗਏ ਤੇ ਉਹ ਸ਼ੱਕੀ ਬਣ ਗਏ। ਬੇਸ਼ੁਮਾਰ ਏਦਾਂ ਦੇ ਇੰਸੀਡੈਂਟਸ ਨੇ ਜਿਹਦੇ ਵਿੱਚ ਕੋਰਟ ਵਿੱਚ ਨਹੀਂ ਵੀ ਜਾਂਦੇ ਪਰ ਤਾਂ ਵੀ ਉਹ ਪਾਕ ਸਾਫ ਨਿਕਲ ਕੇ ਬਾਹਰ ਆਉਂਦੇ ਨੇ। ਦਿਲਰਾਜ ਸਿੰਘ ਜੀ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ ਵਾਂ। ਥੋੜੇ ਦਿਨ ਪਹਿਲਾਂ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਪ੍ਰਧਾਨ ਮੰਤਰੀ ਸਾਹਿਬ ਪਿੱਛੇ ਪਈ ਹੋਈ ਹੈ ਫੇਕ ਡਿਗਰੀ ਦੇ ਕੇਸਿਸ ਲੈ ਕੇ, ਓਦਾਂ ਹੀ ਆਮ ਆਦਮੀ ਪਾਰਟੀ DVCA ਦਾ ਮੈਟਰ ਲੈ ਕੇ ਅਰੁਣ ਜੇਟਲੀ ਸਾਹਿਬ ਦੇ ਪਿੱਛੇ ਪਈ ਹੋਈ ਸੀ। ਉਸ ਮੁੱਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਤੇ ਕੁਝ ਨਹੀਂ ਮਿਲਿਆ, ਪਰ ਜੇਟਲੀ ਸਾਹਿਬ ਨੇ ਮਾਨਹਾਨੀ ਦਾ ਦਾਅਵਾ ਜ਼ਰੂਰ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਉੱਤੇ ਜ਼ਰੂਰ ਕਰ ਦਿੱਤਾ ਵਾ। ਸੁਖਬੀਰ ਜੀ ਦੀ ਇਹ ਗੱਲ ਕਿਤੇ ਨਾ ਕਿਤੇ ਜਾਇਜ਼ ਤੇ ਹੈਗੀ ਆ। ਅਰੁਣ ਜੇਟਲੀ ਸਾਹਿਬ ਦਾ ਅਹੁਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਥੱਲੇ ਹੈ। ਜੇ ਅਰੁਣ ਜੇਟਲੀ ਸਾਹਿਬ ਮਾਨਹਾਨੀ ਦਾ ਦਾਅਵਾ ਕਰ ਸਕਦੇ ਸੀ ਤੇ ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਰਵਿੰਦ ਕੇਜਰੀਵਾਲ ਉੱਤੇ ਮਾਨਹਾਨੀ ਦਾ ਦਾਅਵਾ ਕਰਨਾ ਚਾਹੀਦਾ ਵਾ? ਤੇ ਦੂਜੇ ਪਾਸੇ ਜੋ ਮੈਂ ਪਹਿਲਾਂ ਗੱਲ ਪੁੱਛੀ ਸੀ ਕਿ ਜੇ ਤੋਮਰ ਸਾਹਿਬ ਦੇ ਮਾਮਲੇ ਵਿੱਚ ਜੋ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੇ ਕੀ ਉਹ ਕਾਰਵਾਈ ਹੁਣ ਵੀ ਕੀਤੀ ਜਾਊਗੀ ਨਰਿੰਦਰ ਮੋਦੀ ਸਾਹਿਬ ਉੱਤੇ? ਹਰਪ੍ਰੀਤ ਜੀ ਬਿਲਕੁਲ, ਜੇ ਤਾਂ ਆਪਾਂ ਕਾਨੂੰਨੀ ਤੌਰ ਤੇ ਦੇਖੀਏ ਤੇ ਜੇ ਕਾਰਵਾਈ ਉਧਰ ਹੋਈ ਸੀਗੀ ਤੇ ਜੇ ਮੋਦੀ ਸਾਹਿਬ ਦੀਆਂ ਵੀ ਡਿਗਰੀਆਂ ਫਰਜ਼ੀ ਨਿਕਲਦੀਆਂ ਨੇ, ਜੇ ਬੜਾ ਵੱਡਾ ਕੁਐਸਚਨ ਹੈ, ਜੇ ਫਰਜ਼ੀ ਨਿਕਲਦੀਆਂ ਨੇ ਤੇ ਫਿਰ ਕਾਰਵਾਈ ਉਦਾਂ ਦੀ ਹੀ ਹੋਣੀ ਚਾਹੀਦੀ ਹੈ ਜੋ ਤੋਮਰ ਸਾਹਿਬ ਦੀ ਹੋਈ ਸੀਗੀ। ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਫਰਜ਼ੀ ਹੈਗੀਆਂ ਵੀ ਹੈ ਕਿ ਨਹੀਂ ਹੈਗੀਆਂ। ਜਰਮਨਜੀਤ ਸਿੰਘ ਜੀ। ਬਿਲਕੁਲ ਹਰਪ੍ਰੀਤ ਜੀ, ਜਿਵੇਂ ਕਿ ਸੁਖਬੀਰ ਜੀ ਨੇ ਇਹ ਸਵਾਲ ਖੜਾ ਕੀਤਾ ਹੈ ਕਿ ਅਗਰ ਪ੍ਰਧਾਨ ਮੰਤਰੀ ਪਾਕ ਸਾਫ ਨੇ, ਉਹਨਾਂ ਦੀ ਡਿਗਰੀਆਂ ਜੈਨੂਅਨ ਨੇ, ਤਾਂ ਉਹ ਕੇਜਰੀਵਾਲ ਦੇ ਉੱਤੇ ਇੰਨੀ ਗੱਲ ਕਹਿਣ ਨੂੰ ਕਿ ਉਹਨਾਂ ਨੇ ਕਿਤਾਬ ਕੀਤਾ ਹੈ, ਅਮਿਤ ਸ਼ਾਹ ਕਹਿ ਰਹੇ ਨੇ ਕਿ ਉਹਨਾਂ ਨੇ ਕਿਤਾਬ ਕੀਤਾ ਹੈ, ਦੇਸ਼ ਦੀ ਸਾਖਰਾ ਕੀਤੀ ਹੈ, ਕਿਉਂ ਨਹੀਂ ਉਹਦੇ ਉੱਤੇ ਕੇਜਰੀਵਾਲ ਦੇ ਉੱਤੇ ਮਾਨਹਾਨੀ ਦਾ ਦਾਅਵਾ ਠੋਕ ਦਿੰਦੇ? ਜਿਵੇਂ ਕਿ DVCA ਦੇ ਮਾਮਲੇ ਦੇ ਵਿੱਚ ਕੁਝ ਵੀ ਨਾ ਨਿਕਲਣ ਤੋਂ ਬਾਅਦ ਜੇਟਲੀ ਨੇ ਅਰਵਿੰਦ ਕੇਜਰੀਵਾਲ ਸਣੇ ਕਈ ਨੇਤਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਦਾਅਵਾ ਠੋਕ ਦਿੱਤਾ ਮਾਨਹਾਨੀ ਦਾ। ਹੁਣ ਫਿਰ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਤੁਸੀਂ ਕਿਹਾ ਕਿ ਪਹਿਲਾਂ DTC ਦਾ ਮਾਮਲਾ, ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਪਿੱਛੇ ਪੈ ਰਹੀ, ਹੁਣ ਡਿਗਰੀ ਦਾ ਮਾਮਲਾ, ਫਿਰ ਕਿਤੇ ਨਾ ਕਿਤੇ ਇਹ ਬਦਲੇ ਦੀ ਰਾਜਨੀਤੀ ਹੀ ਸਾਹਮਣੇ ਆ ਰਹੀ ਹੈ। ਕਿਉਂਕਿ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਉਹਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ। ਬਕਾਇਦਾ ਅਰਵਿੰਦ ਕੇਜਰੀਵਾਲ ਵੱਲੋਂ ਐਡਵਰਟਾਈਜ਼ਮੈਂਟ ਵੀ ਗਈ ਸੀਗੀ ਕਿ ਹਮ ਕੰਮ ਕਰ ਰਹੇ ਹਾਂ, ਹਮ कहने का मतलब कि ਅਸੀਂ ਇਸ ਨੂੰ ਕੰਮ ਕਰ ਰਹੇ ਹਾਂ ਤਾਂ ਅਸੀਂ ਕੰਮ ਕਰਦੇ ਰਵਾਂਗੇ। ਹੁਣ ਇਹੋ ਜਿਹੀ ਐਡਵਰਟਾਈਜ਼ਮੈਂਟ ਵੀ ਕਰਵਾ ਰਹੇ ਨੇ। ਹੁਣ ਕਿਤੇ ਨਾ ਕਿਤੇ ਇਹ ਬਦਲੇ ਦੀ ਰਾਜਨੀਤੀ ਹੀ ਸਾਹਮਣੇ ਆ ਰਹੀ ਹੈ ਤੇ ਕੇਜਰੀਵਾਲ ਦੀ ਸਰਕਾਰ ਆਮ ਆਦਮੀ ਪਾਰਟੀ ਸਾਹਮਣੇ ਆਈ ਸੀ, ਉਹ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ, ਹੋਰ ਕਈ ਮੁੱਦਿਆਂ ਨੂੰ ਲੈ ਕੇ, ਦੇਸ਼ ਦੀਆਂ ਜਿਹੜੀਆਂ ਤਰੁੱਟੀਆਂ ਸਨ, ਸਮਾਜਿਕ ਬੁਰਾਈਆਂ ਸਨ, ਉਹਨੂੰ ਲੈ ਕੇ ਅੱਗੇ ਆਈ ਸੀ। ਪਰ ਹੁਣ ਕਿਤੇ ਨਾ ਕਿਤੇ ਆ ਕੇ ਆਮ ਆਦਮੀ ਪਾਰਟੀ ਵੀ ਦੂਜੀਆਂ ਰਵਾਇਤੀਆਂ ਪਾਰਟੀਆਂ ਵਾਂਗੂ ਉਹ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਹੁਣ ਅਗਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਡਿਗਰੀ ਦਾ ਮਾਮਲਾ ਚੁੱਕ ਦਿੱਤਾ ਹੈ ਤਾਂ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੇ ਤੁਸੀਂ ਕਾਨੂੰਨ ਦੀ ਗੱਲ ਕੀਤੀ, ਜਿਸ ਤਰ੍ਹਾਂ ਤੋਮਰ ਦੇ ਮਾਮਲੇ ਦੇ ਵਿੱਚ ਕਾਨੂੰਨ ਨੇ ਕਾਰਵਾਈ ਕੀਤੀ, ਕਾਨੂੰਨ ਸਾਰਿਆਂ ਲਈ ਇੱਕ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਖੁਦ ਨੂੰ ਆਪਣੇ ਆਪ ਨੂੰ ਦੇਸ਼ ਦਾ ਪ੍ਰਧਾਨ ਸੇਵਕ ਕਹਿੰਦੇ ਨੇ। ਪ੍ਰਧਾਨ ਸੇਵਕ ਇੱਕ ਜਦੋਂ ਸੇਵਕ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਆਮ ਬੰਦਾ ਵੀ ਸਮਝਦੇ ਨੇ। ਤਾਂ ਜੇ ਆਮ ਆਦਮੀ ਦੇ ਖਿਲਾਫ ਕੋਈ ਕਾਰਵਾਈ ਕਾਨੂੰਨ ਦੇ ਮੁਤਾਬਕ ਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਦੇ ਖਿਲਾਫ ਵੀ ਉਵੇਂ ਹੀ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਉਹਨਾਂ ਦੀਆਂ ਡਿਗਰੀਆਂ ਫੇਕ ਨਿਕਲਦੀਆਂ ਨੇ। ਤੇ ਮੈਂ ਚਾਹੁੰਦਾ ਕਿ ਜੇ
ਜੇ ਇਹ ਜਿੰਨੇ ਵੀ ਬੀਜੇਪੀ ਦੇ ਲੀਡਰ ਜੇ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਪਾਕ ਸਾਫ ਨੇ, ਤਾਂ ਉਹਨਾਂ ਨੂੰ ਅਦਾਲਤ ਦੇ ਵਿੱਚ ਜਾਣਾ ਚਾਹੀਦਾ ਤੇ ਅਦਾਲਤ ਤੋਂ ਕਿਤੇ ਨਾ ਕਿਤੇ, ਜਿਵੇਂ ਸਤੀਸ਼ ਨੇ ਕਿਹਾ ਕਿ ਬੀਜੇਪੀ ਡਰ ਰਹੀ ਹੈ ਇਹ ਮਾਮਲਾ ਲਿਜਾਣ ਤੋਂ। जरूर डिस्कस करना चाहूंगा। ਆਪਾਂ ਦੂਜੀ ਤਰ੍ਹਾਂ देखिए जी एक और इम्पोर्टेंट मुद्दा जो मैं जरूर डिस्कस करना चाहूंगा, पर एक कॉलर जुड़ चुके हैं अपने नाल। सत श्री अकाल जी। हाँ जी हरप्रीत जी, हाँ जी सर। उदों जो नरेंद्र मोदी डिग्री शो हो रही है उदों सिख बनया सी, भगौड़ा सीगा उस वे, यही बड़ा इशू है ना, उस वे भगौड़ा सी 4-5 साल लगातार। शुक्रिया, थैंक यू सर, थैंक यू। एक ਜਿਹੜੀ मैं थोड़ा जिहा ਉਹਦੇ ਬਾਰੇ ਕਲੀਅਰ ਕਰਦਾ। ਭਗੌੜੇ ਵਾਲੀ ਕੋਈ ਗੱਲ ਨਹੀਂ। ਜਦੋਂ ਐਮਰਜੈਂਸੀ ਲੱਗੀ ਸੀ RSS ਤੇ CPIM ਦੋ ਪਾਰਟੀਆਂ ਸੀ ਪ੍ਰਮੁੱਖ ਇਸ ਦੇਸ਼ ਦੇ ਵਿੱਚ। ਤੀਜਾ ਅਕਾਲੀ ਦਲ ਸੀ ਜਿਨ੍ਹਾਂ ਨੇ ਖੁੱਲ੍ਹ ਕੇ ਐਮਰਜੈਂਸੀ ਦਾ ਵਿਰੋਧ ਕੀਤਾ ਤੇ ਐਮਰਜੈਂਸੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਤੇ ਹਰਿਆਣਾ ਦੇ ਵਿੱਚ ਸਿੱਖ ਬਣ ਕੇ ਜਾਂ ਪੱਗ ਬੰਨ੍ਹ ਕੇ ਵਿਚਰਦੇ ਰਹੇ। ਦਾੜੀ ਤੇ ਜਿੱਦਾਂ ਜਿਵੇਂ ਉਹਨਾਂ ਨੇ ਹੁਣ ਰੱਖੀ ਉਦੋਂ ਵੀ ਰੱਖੀ ਸੀ, ਫਰਕ ਸਿਰਫ ਪਹਿਲਾਂ ਉਦੋਂ ਦਾੜੀ ਕਾਲੀ ਸੀ ਤੇ ਹੁਣ ਕੀਤੀ ਹੈ, ਇਸ ਤੋਂ ਵੱਧ ਕੋਈ ਫਰਕ ਨਹੀਂ। ਪਰ ਜੇ ਤੁਸੀਂ ਇਸ ਤਰੀਕੇ ਦੇ ਨਾਲ ਵਿਚਰ ਰਹੇ ਹੋ, ਇਹਦੇ ਨਾਲ ਤੁਹਾਡੀ ਡਿਗਰੀਆਂ ਤੇ ਤੁਹਾਡੇ ਨਾਲ ਨਹੀਂ ਤਬਦੀਲ ਹੋ ਜਾਂਦੇ, ਇਹ ਕੋਈ ਲੌਜਿਕ ਨਹੀਂ ਬਣਦਾ। ਹਾਂ ਇਹ ਹੋ ਸਕਦਾ ਕਿ ਜੇ ਕੋਈ ਇਹ ਕਵੇ ਕਿ ਉਹਨਾਂ ਦੀ ਪੜ੍ਹਾਈ ਦੇ ਵਿੱਚ ਬ੍ਰੇਕ ਕਿਉਂ ਪੈ ਗਈ ਆ, then ਅਸੀਂ ਇਹ ਲੌਜਿਕ ਦੇ ਸਕਦੇ ਕਿ ਬ੍ਰੇਕ ਇਸ ਕਰਕੇ ਪੈ ਗਈ ਸੀ ਕਿ ਉਹ ਇਸ ਕਾਰਨ ਕਰਕੇ ਉਹ ਸਰਕਾਰ ਤੋਂ ਲੁਕਦੇ ਫਿਰਦੇ ਸੀ ਜਾਂ ਸਰਕਾਰ ਦੇ ਖਿਲਾਫ ਅੰਡਰਗਰਾਊਂਡ ਰਹਿ ਕੇ ਸੰਘਰਸ਼ ਕਰ ਰਹੇ ਸੀ। ਦੈਨ ਅਸੀਂ ਬ੍ਰੇਕ ਬਾਰੇ ਸਪਸ਼ਟੀਕਰਨ ਦੇ ਸਕਦੇ, ਨਾ ਚੇਂਜ ਹੋਣ ਬਾਰੇ ਇਹ ਸਪਸ਼ਟੀਕਰਨ ਜਸਟੀਫਾਈਡ ਨਹੀਂ। ਸਰ ਇੱਥੇ ਸਰਦੀਸ਼ ਜੀ, ਜਰਮਨ ਜੀ, ਤੁਸੀਂ ਦੋਨਾਂ ਨੇ ਇਹਦੇ ਵਿੱਚ ਰੱਖਿਆ ਕਿ ਨਰਿੰਦਰ ਮੋਦੀ ਜੀ ਨੂੰ ਮਾਨਹਾਨੀ ਦਾ ਮੁਕੱਦਮਾ ਕਰਨਾ ਚਾਹੀਦਾ। ਆਪਾਂ ਜੇ ਬਿਲਕੁਲ ਕਰਨਾ ਚਾਹੀਦਾ ਜੀ, ਮੈਂ ਤਾਂ ਕਿਹਾ ਯੂਨੀਵਰਸਿਟੀਆਂ, ਮੈਂ ਤਾਂ ਕਹਿਣਾ ਪਹਿਲਾਂ ਕਰਦੇ। ਨਹੀਂ ਸਰ, ਤੁਸੀਂ ਕਿਹਾ ਕਿ ਜਿਹੜਾ ਨਹੀਂ ਉਹ ਕੇਸ ਕਰਦੇ। ਸਰ ਤੁਸੀਂ ਕਿਹਾ ਕਿ ਜਿਹੜਾ ਉਹ ਨਹੀਂ ਕਰਦੇ ਪਏ, ਇਹਦਾ ਮਤਲਬ ਕੋਈ ਨਾ ਕੋਈ ਦਾਲ ਵਿੱਚ ਕਾਲਾ ਵਾ। ਇਹ ਬੜੀ ਯੂਜ਼ ਕੀਤੀ ਆਪਾਂ ਰਿਕਾਰਡਿੰਗ ਦਿਖਾ ਸਕਦੇ ਹੈ। ਬਿਲਕੁਲ ਇਹਨੂੰ ਜੇ ਦੂਜੇ ਐਂਗਲ ਤੋਂ ਦੇਖੀਏ, ਕਿਉਂ ਨਹੀਂ ਆਮ ਆਦਮੀ ਪਾਰਟੀ ਕੋਰਟ ਵਿੱਚ ਜਾ ਕੇ ਕੋਰਟ ਨੂੰ ਕਹਿੰਦੀ ਕਿ ਡਿਗਰੀਆਂ ਚੈੱਕ ਕਰਵਾਈਆਂ ਜਾਣ? ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਵੀ ਦਾਲ ਵਿੱਚ ਕੁਛ ਨਾ ਕੁਛ ਕਾਲਾ ਵਾ। ਬਿਲਕੁਲ, ਮੈਂ ਉਹ ਜਰਮਨ ਦੀ ਕਹਿ ਚੁੱਕੇ ਕਿ ਬਦਲੇ ਦੀ ਕਾਰਵਾਈ ਆਪਾਂ। ਮੈਂ ਸ਼ੁਰੂ ਤੋਂ ਇੱਕ ਗੱਲ ਕਹਿ ਚੁੱਕਾ ਸੀ ਕਿ ਸਾਡੇ ਉੱਤੇ ਨੌਨ ਇਸ਼ੂ ਐਨੀ ਬੁਰੀ ਤਰ੍ਹਾਂ ਸੁੱਟ ਦਿੱਤੇ ਜਾਂਦੇ ਨੇ ਕਿ ਸਾਨੂੰ ਉਹਨਾਂ ਨੌਨ ਇਸ਼ੂ ਦੇ ਉੱਤੇ ਫਿਰ ਬਹਿਸ ਕਰਨੀ ਪੈਂਦੀ ਆ। ਔਰ ਹੁਣ ਵੀ ਅਸੀਂ ਕਿੰਨੀ ਦੇਰ ਤੋਂ ਡਿਗਰੀ ਬਾਰੇ ਬਹਿਸ ਕਰ ਰਹੇ ਹਾਂ, ਵੱਖ-ਵੱਖ ਧਿਰਾਂ ਵੀ ਲਗਭਗ ਬਣ ਚੁੱਕੇ ਆ। ਹਾਲਾਂਕਿ ਇਹ ਗੱਲ ਬਹੁਤ ਕਲੀਅਰ ਮੈਂ ਸ਼ੁਰੂ ਤੋਂ ਵੀ ਕਿਹਾ, ਡਿਗਰੀ ਪ੍ਰਧਾਨ ਮੰਤਰੀ ਕੋਲ ਚਾਹੇ ਇੱਕ ਵੀ ਨਾ ਹੋਵੇ, ਅਸੀਂ ਹਰ ਚੀਜ਼ ਦੀ ਟੈਸਟਿੰਗ ਨਹੀਂ ਮੰਗਦੇ। ਹੁਣ ਡਿਗਰੀ ਦਾ ਰੌਲਾ ਵਾ, ਇਹਦੇ ਲਈ ਟੈਸਟਿੰਗ ਮੰਗਦੇ। ਜੇ ਕੱਲ ਨੂੰ ਕੇਜਰੀਵਾਲ ਉੱਠ ਕੇ ਇਹ ਕਹਿ ਦੇਵੇ ਕਿ ਪ੍ਰਧਾਨ ਮੰਤਰੀ ਨੂੰ ਚਾਹ ਵਾਲਾ ਕਹਿੰਦੇ ਨੇ, ਉਹ ਸਾਨੂੰ ਉਹ ਛੱਕਾ ਚੱਕ ਕੇ ਉਹ 6 ਗਲਾਸ ਵਿੱਚ ਰੱਖ ਕੇ ਤੇ ਗੱਡੀ ਦੇ ਵਿੱਚ ਚਾਹ ਵਰਤਾ ਕੇ ਦਿਖਾਵੇ ਤਾਂ ਅਸੀਂ ਟੈਸਟ ਤੋਂ ਉਹਨੂੰ ਪਾਸ ਕਰਾਂਗੇ। ਇਹੋ ਜਿਹੀ ਜੇ ਉਹ ਗੱਲ ਕਰਨਗੇ ਤਾਂ ਸਾਰਾ ਦੇਸ਼ ਕਹੂਗਾ ਕਿ ਗਲਤ ਕਰ ਰਹੇ ਨੇ। ਪਰ ਜੇ ਹੁਣ ਡਿਗਰੀਆਂ ਦਾ ਰੌਲਾ ਪੈ ਗਿਆ ਤਾਂ ਇਹਨੂੰ ਕਿਤੇ ਨਾ ਕਿਤੇ ਤੇ ਲੈ ਕੇ ਜਾਣਾ ਪਏਗਾ। ਇਹਦਾ ਕਿਤੇ ਨਾ ਕਿਤੇ ਤਾਂ ਲੌਜੀਕਲ ਐਂਡ ਕਰਨਾ ਹੀ ਪਵੇਗਾ। ਇਸ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਹੀ ਨਹੀਂ। ਇੱਕ ਮੁੱਦੇ ਤੇ ਆਪਾਂ ਮੰਨ ਲਈਏ, ਇੱਕ ਪਾਸੇ ਦਿੱਲੀ ਦੇ ਵਿੱਚ ਅਗਸਤਾ ਵੈਸਟਲੈਂਡ ਮਾਮਲੇ ਵਿੱਚ ਬੀਜੇਪੀ ਤੇ ਕਾਂਗਰਸ ਆਮਨੇ ਸਾਹਮਣੇ ਨੇ, ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਬੀਜੇਪੀ ਹੁਣ ਪ੍ਰਧਾਨ ਮੰਤਰੀ ਡਿਗਰੀ ਦੇ ਮਾਮਲੇ ਵਿੱਚ ਆਮਨੇ ਸਾਹਮਣੇ ਲਗਭਗ ਹੋ ਗਏ ਨੇ। ਪਰ ਇੱਕ ਗੱਲ ਤਾਂ ਸਾਨੂੰ ਜ਼ਰੂਰ ਗੌਰ ਫਰਮਾਉਣਾ ਚਾਹੀਦਾ ਕਿ ਕਾਂਗਰਸ PM ਦੀ ਡਿਗਰੀ ਦੇ ਮਾਮਲੇ ਵਿੱਚ ਨਹੀਂ ਬੋਲ ਰਹੀ। ਤੇ ਜੇ ਕੇਜਰੀਵਾਲ ਸਾਹਿਬ ਦੀ ਅਸੀਂ ਗੱਲ ਕਰੀਏ, ਤਾਂ ਬਾਰ-ਬਾਰ ਇਹੀ ਕਹਿ ਰਹੇ ਨੇ ਕਿ ਕਾਂਗਰਸ ਤੇ ਪ੍ਰਧਾਨ ਮੰਤਰੀ ਕਿਤੇ ਆਪਸ ਮਿਲੇ ਜੁਲੇ ਨੇ, ਤਾਂ ਹੀ ਕਰਕੇ ਕਾਂਗਰਸ ਵਿੱਚ ਨਹੀਂ ਬੋਲ ਰਹੀ। ਜੋ ਮੈਂ ਮਿਲੇ ਜੁਲੇ ਦੀ ਗੱਲ ਕਰ ਰਿਹਾ ਉਹ ਮੈਂ ਕੁੱਲ ਮਿਲਾ ਕੇ ਤੁਹਾਨੂੰ ਸਮਝਾਦਾ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਆ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਜੀ ਮਿਲੇ ਹੋਏ ਨੇ, ਵਾਲੀਆਂ ਲਾਈਆਂ ਹੋਈਆਂ ਨੇ, ਉਦਾਂ ਹੀ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਤੇ ਸੋਨੀਆ ਗਾਂਧੀ ਦੀ ਸਾਖਗਾਠ ਆ ਤੇ ਤਾਂ ਕਰਕੇ ਕਾਂਗਰਸ ਡਿਗਰੀ ਵਾਲੇ ਮਾਮਲੇ ਦੇ ਵਿੱਚ ਨਹੀਂ ਬੋਲ ਰਹੀ। ਕੀ ਕਾਰਨ ਆ ਕਿ ਕਾਂਗਰਸ ਨੇ ਅਜੇ ਤੱਕ ਡਿਗਰੀ ਵਾਲੇ ਮਾਮਲੇ ਵਿੱਚ ਆਪਣਾ ਮੂੰਹ ਖੋਲਿਆ, ਇਵਨ ਦੋ ਕਿ ਕਾਂਗਰਸ ਅਗਸਤਾ ਵੈਸਟਲੈਂਡ ਦੇ ਮਾਮਲੇ ਵਿੱਚ ਬੀਜੇਪੀ ਦੇ ਆਮਨੇ ਸਾਹਮਣੇ ਆ। ਸਰ ਮੈਂ ਤਾਂ ਕਾਂਗਰਸ ਦਾ ਬੜੱਪਨ ਕਹੂੰਗਾ ਇਹਦੇ ਵਿੱਚ ਕਿ ਉਹ
ਕਮ ਸੇ ਕਮ ਉਹ ਤਾਂ ਇੱਕ ਇਦਾਂ ਦੀ ਪਾਰਟੀ ਬਣ ਕੇ ਇਹ ਵਾਲੇ ਸਾਰੇ ਮੁੱਦੇ ਵਿੱਚ ਸਾਹਮਣੇ ਆਏ ਨੇ ਕਿ ਇਦਾਂ ਦੇ ਛੋਟੇ ਇਸ਼ੂ ਨੂੰ ਨਹੀਂ ਛੇੜਦੇ ਪਏ, ਚਾਹੇ ਉਹ ਅਗਸਤਾ ਵਿੱਚ ਘਿਰੇ ਹੋਣ, ਕਰਪਸ਼ਨ ਦੇ ਕੇਸਿਸ ਵਿੱਚ ਘਿਰੇ ਹੋਣ, ਜਿੰਨੀ ਮਰਜ਼ੀ ਮਾੜੀ ਪਾਰਟੀ ਹੋਵੇ। ਪਰ ਮੈਂ ਪਰਸਨਲ ਤੌਰ ਤੇ ਇਹ ਸੋਚ ਰੱਖਦਾ ਵਾਂ ਕਿ ਇਦਾਂ ਦੇ ਮੁੱਦਿਆਂ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਕਿਸੇ ਵੀ ਮੀਡੀਆ ਹਾਊਸ ਨੂੰ, ਕਿਸੇ ਵੀ ਆਮ ਲੋਕਾਂ ਨੂੰ ਇੰਨਾ ਅਗਰੈਸਿਵਲੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੱਲ ਮੈਂ ਟੀਵੀ ਚੈਨਲ ਦੇਖ ਰਿਹਾ ਸੀ, ਹਰ ਨਿਊਜ਼ ਚੈਨਲ ਤੇ ਕੱਲ ਤਕਰੀਬਨ 24 ਘੰਟੇ ਇਹੀ ਖਬਰ ਚੱਲੀ, ਜਦ ਕਿ ਹੋਰ ਇੰਪੋਰਟੈਂਟ ਇਸ਼ੂਜ਼ ਬੇਸ਼ੁਮਾਰ ਨੇ, ਉਹ ਕੋਈ ਦਿਖਾਉਂਦਾ ਹੀ ਨਹੀਂ ਪਿਆ। ਚਾਹੇ ਜਿਹੜਾ ਮਰਜ਼ੀ ਮੀਡੀਆ ਚੈਨਲ ਹੋਵੇ, ਇਹ ਸਾਰਿਆਂ ਨੂੰ ਹੀ ਸੋਚਣਾ ਚਾਹੀਦਾ ਵਾ, ਸਾਰੀਆਂ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਆਪਾਂ ਰਾਈਟ ਡਾਇਰੈਕਸ਼ਨ ਵੱਲ ਇੰਡੀਆ ਨੂੰ ਲੈ ਕੇ ਜਾਂਦੇ ਪਏ ਆ ਕਿ ਰਾਉਂਡ ਡਾਇਰੈਕਸ਼ਨ ਵੱਲ ਲੈ ਕੇ ਜਾਂਦੇ ਪਏ ਆ। ਇੰਦਰਾਜ ਜੀ, ਤੁਸੀਂ ਜੇ ਸੁਣਦੇ ਰਹੇ ਹੋ ਤਾਂ ਇੱਕ ਗੱਲ ਹੋਰ ਜ਼ਰੂਰ ਵੀ ਤੁਸੀਂ ਨੋਟ ਕੀਤੀ ਹੋਊਗੀ। ਨਿਤੀਸ਼ ਕੁਮਾਰ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਇਹਨੂੰ ਇੱਕ ਤਰ੍ਹਾਂ ਨਾਲ ਇਹ ਕਹਿ ਕੇ ਨਕਾਰ ਦਿੱਤਾ ਕਿ ਨੌਨ ਇਸ਼ੂ ਦੇ ਉੱਤੇ ਗੱਲਾਂ ਕਰਨ ਦੀ ਬਹੁਤ ਜ਼ਰੂਰਤ ਨਹੀਂ। ਮੈਂ ਸਮਝਦਾ ਕਿ ਤੁਸੀਂ ਨਿਤੀਸ਼ ਕੁਮਾਰ ਦੀ ਇੱਕ ਰਾਏ ਹੋ ਸਕਦੀ ਹੈ, ਪਰ ਹੁਣ ਦੇਸ਼ ਨੂੰ ਕਾਂਗਰਸ ਕਿਉਂ ਨਹੀਂ ਬੋਲ ਰਹੀ, ਇਹਦੇ ਨਾਲੋਂ ਵੱਡਾ ਸਵਾਲ ਹੈ ਕਿ ਹੁਣ ਇਹ ਸੱਚ ਸਾਬਤ ਹੋ ਜਾਣਾ ਚਾਹੀਦਾ। ਏਦਾਂ ਨਹੀਂ ਹੋਣਾ ਚਾਹੀਦਾ ਕਿ ਸੱਚ ਵਿਚਾਲੇ ਲਟਕਦਾ ਰਹੇ ਤੇ ਪੂਰਾ ਦੇਸ਼ ਤੇ ਦੁਨੀਆ ਉਹਨਾਂ ਦੀ ਡਿਗਰੀ ਬਾਰੇ ਰੌਲਾ ਪਾਉਂਦੀ ਰਹੇ। ਤੇ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ, ਮੰਨ ਲਓ ਮੈਂ ਕਿਸੇ ਯੂਨੀਵਰਸਿਟੀ ਦੇ ਵਿੱਚੋਂ ਕੋਈ ਡਿਗਰੀ ਲੈਣਾ, ਕੱਲ ਨੂੰ 10 ਸਾਲਾਂ ਬਾਅਦ ਇਹ ਸਾਬਤ ਹੋ ਜਾਂਦਾ ਕਿ ਯੂਨੀਵਰਸਿਟੀ ਹੀ ਨਕਲੀ ਸੀ, ਤੇ ਮੈਂ ਕਹਿ ਸਕਦਾ ਮੈਂ ਬਹੁਤ ਮਸ਼ਹੂਰ ਹਾਂ, ਮੈਨੂੰ ਕੀ ਪਤਾ ਸੀ ਕਿ ਯੂਨੀਵਰਸਿਟੀ ਨਕਲੀ ਹੈ। ਪਰ ਜੇ ਮੇਰਾ ਨਾਂ ਚੇਂਜ ਹੋ ਜਾਏ 2 ਡਿਗਰੀਆਂ ਦੇ ਵਿੱਚ, ਤਾਂ ਫਿਰ ਉਹਦਾ ਸਪਸ਼ਟੀਕਰਨ ਤਾਂ ਮੈਨੂੰ ਦੇਣਾ ਹੈ। ਜੀ ਬਿਲਕੁਲ, ਮੈਂ ਸੁਖਬੀਰ ਦੀ ਗੱਲ ਥੋੜੀ ਅੱਗੇ ਲੈ ਕੇ ਜਾਵਾਂਗਾ ਕਿ ਜਿਵੇਂ ਕਿ ਬੀਤੇ ਦਿਨ ਹੀ ਕੇਜਰੀਵਾਲ ਨੇ ਬਕਾਇਦਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਜਿਵੇਂ ਹਰਪ੍ਰੀਤ ਤੁਸੀਂ ਵੀ ਕਿਹਾ ਕਿ ਉਹਨਾਂ ਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਦੇ ਕੋਲ ਮੋਦੀ ਸਰਕਾਰ ਦੇ ਜਾਂ ਮੋਦੀ ਦੇ ਇੰਨੇ ਕੁ ਰਾਜ ਨੇ, ਇਸੇ ਕਰਕੇ ਉਹ ਅਗਸਤਾ ਵੈਸਟਲੈਂਡ ਨੂੰ ਲੈ ਕੇ ਗਾਂਧੀ ਪਰਿਵਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ। ਕਹਿੰਦਾ ਮਤਲਬ ਕਿ ਉਹਨਾਂ ਦੀ ਗੰਢ ਧੁੱਪ ਹੈ, ਇਸ ਕਰਕੇ ਨਹੀਂ ਹੋ ਰਹੀ। ਹੁਣ ਇੱਥੇ ਕੇਜਰੀਵਾਲ ਤੇ ਵੀ ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਦੀ ਸਰਕਾਰ ਬਣੇ ਨੂੰ ਕਾਫੀ ਦਿਨ ਹੋ ਗਏ ਨੇ, ਕਿ ਉਹਨਾਂ ਨੇ ਜਿਸ ਕਰਕੇ ਕਿ ਉਹਨਾਂ ਨੇ ਕਿਹਾ ਕਿ ਸ਼ੀਲਾ ਦੀਕਸ਼ਤ ਦੇ ਖਿਲਾਫ ਉਹ ਕਾਰਵਾਈ ਕਰਨਗੇ, ਠੀਕ ਹੈ ਉਹਨਾਂ ਨੇ ਕੋਈ 1-2 ਕੇਸ ਪਾ ਦਿੱਤੇ, ਪਰ ਕੀ ਉਹਨੂੰ ਅੰਦਰ ਕਰਵਾ ਪਾਏ ਨੇ ਅਜੇ ਤੱਕ? ਕਿਉਂਕਿ ਉਹਨਾਂ ਤੇ ਵੀ ਵੱਡੇ ਘੁਟਾਲਿਆਂ ਦਾ ਦੋਸ਼ ਲਗਾਇਆ ਇਹਨਾਂ ਨੇ। ਇਸੇ ਆਪਣੀ ਉਹਨਾਂ ਦੀ ਕਾਬਲੀਅਤ, ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉੱਤੇ ਵੀ ਸਵਾਲ ਖੜਾ ਹੁੰਦਾ ਹੈ ਕਿ ਤੁਸੀਂ ਕਿਸੇ ਦੇ ਅੰਦਰ ਝਾਕਣ ਦੇ ਪਹਿਲਾਂ ਆਪਣੇ ਪੀੜੀ ਥੱਲੇ ਵੀ ਸੋਟਾ ਮਾਰੋ ਕਿ ਤੁਸੀਂ ਕਿੰਨਾ ਕੁ ਕਿਸੇ ਦੇ ਖਿਲਾਫ ਕਾਰਵਾਈ ਕੀਤੀ ਹੈ, ਜਾਂ ਤੁਸੀਂ ਕਿੰਨਾ। ਕਹਿਣ ਦਾ ਮਤਲਬ ਹੈ ਕਿ ਜੇ ਇਹ ਕਹਿ ਰਹੇ ਨੇ ਕਿ ਬੀਜੇਪੀ ਅਤੇ ਕਾਂਗਰਸ ਵਿੱਚ ਗੰਢ ਟੁੱਪਿਆ, ਤੇ ਹੋ ਸਕਦਾ ਕਿ ਕੱਲ ਨੂੰ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਗੰਢ ਟੁੱਪ ਹੋ ਜਾਵੇ, ਕਿਉਂਕਿ ਉਹ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ, ਇਹ ਉਹਨਾਂ ਨੂੰ ਤੰਗ ਕਰ ਰਹੇ ਨੇ ਵਾਰ-ਵਾਰ, ਕਦੇ ਡਿਗਰੀਆਂ ਦਾ ਮਾਮਲਾ, ਕਦੇ JDC ਦਾ ਮਾਮਲਾ। ਹੋ ਸਕਦਾ ਹੈ ਕਿ ਉਹ ਇਹਨਾਂ ਦੀ ਫਿਰ ਕੋਈ ਆਮ ਰਾਏ ਬਣ ਜਾਏ ਆਪਸ ਦੇ ਵਿੱਚ ਅੰਦਰ ਖਾਤੇ, ਤੇ ਕੱਲ ਨੂੰ ਇਹਨਾਂ ਦੀ ਵੀ ਗੰਢ ਟੁੱਪ ਹੋ ਜਾਏ, ਫਿਰ ਇਹ ਜਵਾਬ ਕੀ ਦੇਣਗੇ? ਥੋੜੀ ਜੀ ਮੈਂ PM ਡਿਗਰੀ ਰੋ ਤੋਂ ਇੰਟਰਸਟਿੰਗ ਪੁਆਇੰਟ ਤੇ ਲੈ ਕੇ ਗੱਲ ਖਤਮ ਕੀਤੀ। ਮੈਂ ਸਮਝਦਾ ਇੱਕ ਇਹਦੇ ਤੋਂ ਅੱਗੇ ਅਸੀਂ ਇੱਕ ਹੋਰ ਇੰਟਰਸਟਿੰਗ ਪੁਆਇੰਟ ਦੇ ਉੱਤੇ ਪਹੁੰਚ ਸਕਦੇ ਹਾਂ ਕਿ ਘੁਟਾਲਿਆਂ ਦੀ ਪ੍ਰਕਿਰਿਆ ਚੱਲੀ ਜਾਂਦੀ ਹੈ ਤੇ ਉਹਨਾਂ ਦੇ ਸਰਕਾਰਾਂ ਦੇ ਵਿਵਾਦ ਵੀ ਚੱਲਦੇ ਰਹਿੰਦੇ ਨੇ। ਕੇਜਰੀਵਾਲ ਤੇ ਇਲਜ਼ਾਮ ਲਾ ਸਕਦੇ ਹਾਂ ਕਿ ਉਹ ਸਾਬਕਾ ਮੁੱਖ ਮੰਤਰੀ ਬਾਰੇ ਉਹਨਾਂ ਨੇ ਕੀ ਕੀਤਾ। ਕਾਂਗਰਸ ਅਗਸਤਾ ਦੇ ਮਾਮਲੇ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਟਕਰਾ ਰਹੀ ਹੈ ਤੇ ਉੱਤਰਾਖੰਡ ਦੇ ਵਿੱਚ ਪੋਸਟ ਆਪਰੇਸ਼ਨ ਹੋਣ ਤੋਂ ਬਾਅਦ 9 ਪਾਰਟੀਆਂ ਨੂੰ ਵੋਟਿੰਗ ਦਾ ਅਧਿਕਾਰ ਨਾ ਮਿਲਣ ਤੋਂ ਬਾਅਦ ਅੱਜ 2 ਘੰਟੇ ਦੀ ਰਾਸ਼ਟਰਪਤੀ ਰਾਜ ਉੱਤਰਾਖੰਡ ਚ ਹੱਥ ਜਾਣਾ। ਉਹਨਾਂ 2 ਘੰਟਿਆਂ ਦੇ ਵਿੱਚ ਹਰੀਸ਼ ਰਾਵਤ ਨੂੰ ਸਾਬਿਤ ਕਰਨਾ ਪਏਗਾ ਕਿ ਉਹਨਾਂ ਦੀ ਸਰਕਾਰ ਬਹੁਤ ਗਿਣਤੀ ਚ ਹੈ ਕਿ ਘੱਟ ਗਿਣਤੀ ਚ ਹੈ। ਔਰ ਇੰਟਰਸਟਿੰਗ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆਮ ਤੌਰ ਤੇ ਵਿਪ ਜਾਰੀ ਕਰਨ ਦੇ ਹੱਕ ਚ ਹੁੰਦੀ ਹੈ, ਉਹ ਇਸ ਗੱਲ ਦਾ ਪ੍ਰਚਾਰ ਕਰ ਰਹੀ ਹੈ ਕਿ ਉੱਥੇ ਵੋਟ ਇਸ ਗੱਲ ਲਈ ਨਹੀਂ ਪਏਗੀ ਕਿ ਕਾਂਗਰਸ ਨਾਲ ਕਿੰਨੇ MLA ਨੇ, ਭਾਰਤੀ ਜਨਤਾ ਪਾਰਟੀ ਕੋਲ ਕਿੰਨੇ MLA ਨੇ। ਵੋਟਿੰਗ ਇਸ ਗੱਲ ਨਹੀਂ ਪਏਗੀ ਕਿ ਇਮਾਨਦਾਰੀ ਦੇ ਨਾਲ ਕੌਣ ਖੜਾ, ਤੇ ਇਸ ਆਧਾਰ ਤੇ ਉਹਨਾਂ ਦੀ ਇਹ ਰਾਏ ਆ ਕਿ ਭਾਰਤੀ ਜਨਤਾ ਪਾਰਟੀ ਦੀ ਕਿ ਅਸੀਂ ਅੱਜ ਇਹ ਸਾਬਿਤ ਕਰ ਦਿਆਂਗੇ ਕਿ ਇਮਾਨਦਾਰੀ ਦੇ ਸਵਾਲ ਨੂੰ ਹਰੀਸ਼ ਰਾਵਤ ਦੀ ਸਰਕਾਰ ਘੱਟ ਗਿਣਤੀ ਚ ਸਾਬਿਤ ਜਾ ਸਕਦੀ ਹੈ। ਇਹ ਹੁਣ ਦੁਪਹਿਰ ਤੱਕ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਵਾਪਰਦਾ ਕੀ ਹੈ। ਪਰ ਹੈ ਇੰਟਰਸਟਿੰਗ ਕਿ 2 ਘੰਟੇ ਲਈ ਰਾਸ਼ਟਰਪਤੀ ਰਾਜ ਬਚੇਗਾ ਤੇ ਉਸ ਤੋਂ ਬਾਅਦ ਕੀ ਵਾਪਰੇਗਾ ਉਹਦੀਆਂ ਸੰਭਾਵਨਾਵਾਂ ਨਵੀਆਂ ਨਿਕਲ ਕੇ ਆ ਰਹੀਆਂ ਨੇ। ਜੇ ਅਸੀਂ ਇੰਡੀਆ ਵਿੱਚ ਆਰਟੀਕਲ 365 365 ਜਾਂ ਫਿਰ ਪ੍ਰੈਜ਼ੀਡੈਂਟ ਰੂਲ ਦੀ ਗੱਲ ਕਰੀਏ ਤੇ ਹਮੇਸ਼ਾ ਹੀ ਫੈਡਰਲ ਗਵਰਨਮੈਂਟ ਦੁਆਰਾ ਇਸਤੇਮਾਲ ਕੀਤਾ ਜਾਂਦਾ ਵਾ ਆਪਣੀ ਅਪੋਜੀਸ਼ਨ ਜਾਂ ਆਪਣੀ ਕਿ ਹੋਰ ਪਾਰਟੀ ਦੀ ਜਦੋਂ ਰਾਜਾਂ ਵਿੱਚ ਸਰਕਾਰ ਹੋਵੇ। ਜੇ ਅਸੀਂ ਨਿਗਾਹ ਮਾਰੀਏ ਆਜ਼ਾਦੀ ਤੋਂ ਲੈ ਕੇ 1947 ਤੋਂ ਲੈ ਕੇ ਹੁਣ ਤੱਕ
ਤੇ ਪ੍ਰੈਜ਼ੀਡੈਂਟ ਰੂਲ ਸਭ ਤੋਂ ਜ਼ਿਆਦਾ ਵਾਰ ਇੰਦਰਾ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀ ਉਹਨਾਂ ਨੇ ਇਹਦਾ ਯੂਜ਼ ਕੀਤਾ ਸੀ। ਪਰ ਜੇ ਨਰਿੰਦਰ ਮੋਦੀ ਸਾਹਿਬ ਦੀ ਗੱਲ ਕਰੀਏ, ਮੋਦੀ ਸਾਹਿਬ ਵੀ ਉਹਦੇ ਵਿੱਚ ਲੱਗ ਰਿਹਾ ਹੈ ਕਿ ਜਿਸ ਸਪੀਡ ਨਾਲ ਮੋਦੀ ਸਾਹਿਬ ਚੱਲ ਰਹੇ ਨੇ ਕਿ ਉਹਦੇ ਵਿੱਚ ਆਪਣੀ ਨੰਬਰ ਕੋਸ਼ਿਸ਼ ਇਹੀ ਕਰ ਰਹੇ ਨੇ ਕਿ ਮੈਡਮ ਇੰਦਰਾ ਗਾਂਧੀ ਤੋਂ ਨੰਬਰ ਮੈਂ ਅੱਗੇ ਕੱਢ ਲਵਾਂ। ਪਰ ਬੜੀ ਵਧੀਆ ਗੱਲ ਤੁਸੀਂ ਛੇੜੀ ਆ ਸਬਦੀਸ਼ ਜੀ ਕਿ ਪਹਿਲੀ ਵਾਰ ਹਿਸਟਰੀ 'ਚ ਹੋਣ ਜਾ ਰਿਹਾ ਕਿ ਪ੍ਰੈਜ਼ੀਡੈਂਟ ਰੂਲ ਸਿਰਫ 2 ਘੰਟੇ ਵਾਸਤੇ ਸਟੇਟ ਚੋਂ ਰਿਮੂਵ ਕੀਤਾ ਜਾਊਗਾ ਤਾਂ 2 ਘੰਟੇ ਵਿੱਚ ਉੱਥੋਂ ਦੇ ਚੀਫ ਮਿਨਿਸਟਰ ਨੂੰ ਆਪਣੀ ਬਹੁਮਤ ਸਿੱਧ ਕਰਨੀ ਹੋਊਗੀ। ਜੇ ਅਸੀਂ ਦੇਖੀਏ ਤੇ ਫਿਰ ਤੋੜ ਮੋੜ ਦੀ ਜਿਹੜੀ ਰਾਜਨੀਤੀ ਆ ਉਹਨੂੰ ਤੇ ਅਸੀਂ ਆਪ ਹੀ ਜਨਮ ਦਿੰਦੇ ਆ। ਇੱਕ ਗੱਲ ਅਸੀਂ ਜ਼ਰੂਰ ਦਰਸ਼ਕਾਂ ਨੂੰ ਉੱਤੇ ਦੱਸ ਦੇਣਾ ਚਾਹੁੰਦੇ ਆ, ਜੋ ਪ੍ਰੈਜ਼ੀਡੈਂਟ ਰੂਲ ਤੋੜਨ ਦੀ ਵੀ ਗੱਲ ਹੋਈ ਆ, ਇਹ ਸਰਕਾਰ ਨੇ ਪ੍ਰੈਜ਼ੀਡੈਂਟ ਰੂਲ ਲਾ ਦਿੱਤਾ ਸੀ, ਉਸ ਤੋਂ ਬਾਅਦ ਕਾਂਗਰਸ ਨੇ ਹਾਈ ਕੋਰਟ, ਉਸ ਤੋਂ ਬਾਅਦ ਸੁਪਰੀਮ ਕੋਰਟ ਤੋਂ ਜਾ ਕੇ ਇਹ ਪਰਮਿਸ਼ਨ ਲੈ ਕੇ ਆਈ ਆ। ਹੁਣ 2 ਘੰਟੇ ਵਿੱਚ ਰਾਵਤ ਸਾਹਿਬ ਸੱਤਾ 'ਚ ਰਹਿੰਦੇ ਨੇ ਜਾਂ ਫਿਰ ਸੱਤਾ ਤੋਂ ਡਿੱਗਦੇ ਨੇ, ਉਹਦਾ ਫੈਸਲਾ ਹੋਊਗਾ। ਪਰ ਇਹ ਆਪਣੇ ਆਪ 'ਚ ਹੀ ਇੱਕ ਬਹੁਤ ਵੱਡੀ ਹੈਰਾਨੀ ਦੀ ਗੱਲ ਆ ਕਿ 2 ਘੰਟੇ ਵਿੱਚ ਪ੍ਰੈਜ਼ੀਡੈਂਟ ਰੂਲ ਸਟੇਟ ਤੋਂ ਹਟਾਇਆ ਜਾਊਗਾ ਤਾਂ 2 ਘੰਟੇ ਦੇ ਵਿੱਚ ਹੀ ਰਾਵਤ ਸਾਹਿਬ ਨੂੰ ਆਪਣੀ ਬਹੁਮਤ ਸਿੱਧ ਕਰਨੀ ਹੋਊਗੀ। ਜੀ ਬਿਲਕੁਲ, ਭਾਰਤੀ ਸਮੇਂ ਮੁਤਾਬਕ 11 ਵਜੇ ਦੇ ਕਰੀਬ ਉੱਤਰਾਖੰਡ ਦੇ ਵਿੱਚ 2 ਘੰਟੇ ਦੇ ਲਈ ਜਿਹੜਾ ਪ੍ਰੈਜ਼ੀਡੈਂਟ ਰੂਲ ਹੈ ਉਹ ਹਟਾਇਆ ਜਾਵੇਗਾ। ਤਾਂ ਉਸ ਦੌਰਾਨ ਰਾਵਤ ਜਾਂ ਉਹਦੇ ਫਲੋ ਟੈਸਟ ਹੋਏਗਾ ਉੱਥੇ ਉੱਤਰਾਖੰਡ ਦੀ ਅਸੈਂਬਲੀ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ। ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਉੱਤਰਾਖੰਡ ਅਸੈਂਬਲੀ ਦੀਆਂ ਟੋਟਲ 70 ਸੀਟਾਂ ਨੇ, ਉਹਦੇ ਵਿੱਚੋਂ ਜਿਹੜੇ 9 ਵਿਧਾਇਕ ਜਿਹੜੇ ਬਾਗੀ ਹੋਏ ਸੀ ਕਾਂਗਰਸ ਤੇ, ਉਹਨਾਂ ਨੂੰ ਸੁਪਰੀਮ ਕੋਰਟ ਨੇ ਵੋਟ ਦਾ ਅਧਿਕਾਰ ਇਸ ਫਲੋ ਟੈਸਟ ਦੌਰਾਨ ਨਹੀਂ ਦਿੱਤਾ। ਇਸ ਕਰਕੇ ਉੱਥੇ 61 ਵੱਜ ਗਏ ਨੇ। ਤਾਂ ਹੁਣ ਸਿਰਫ ਜਿਹੜੇ ਰਾਵਤ ਨੂੰ, ਜਿਸਨੇ ਵੀ ਉੱਥੇ ਸਰਕਾਰ ਬਣਾਉਣੀ ਹੈ, ਉਸਨੂੰ 32 ਸੀਟਾਂ ਚਾਹੀਦੀਆਂ ਨੇ ਇਹ ਬਹੁਮਤ ਸਾਬਤ ਕਰਨ ਦੇ ਲਈ। ਤਾਂ ਹੁਣ ਅਜਿਹੇ ਵਿੱਚ ਜਿਹੜੀਆਂ 27 ਸੀਟਾਂ ਬਚੀਆਂ ਨੇ ਉਹਨੇ ਕਾਂਗਰਸ ਕੋਲ, 28 ਬੀਜੇਪੀ ਕੋਲ ਨੇ, ਬੀਐਸਪੀ ਕੋਲ 3 ਨੇ ਤੇ 3 ਬੀਐਸਪੀ ਕੋਲ 2 ਨੇ, ਤੇ ਇਹ ਜਿਹੜੇ ਆਜ਼ਾਦ ਨੇ ਉਹ 3 ਨੇ, ਤੇ ਇੱਕ ਯੂਕੇਡੀ ਜੋ ਕਿ ਉੱਤਰਾਖੰਡ ਕ੍ਰਾਂਤੀ ਦਲ ਹੈ ਉਹਦੇ ਕੋਲ 1 ਨੇ। ਹੁਣ ਇਹਦੇ ਵਿੱਚ ਗੱਲ ਇਹ ਬਾਹਰ ਆਈ ਹੈ ਕਿ ਜਿਹੜਾ ਬੀਜੇਪੀ ਦਾ ਇੱਕ ਵਿਧਾਇਕ ਹੈ ਉਹ ਆਲਰੇਡੀ ਬੀਜੇਪੀ ਨਾਲ ਟੁੱਟ ਕੇ ਕਾਂਗਰਸ ਦੇ ਸਮਰਥਨ ਵਿੱਚ ਦੱਸਿਆ ਜਾ ਰਿਹਾ, ਤੇ ਇਹਦੀ ਗੱਲ ਸਾਹਮਣੇ ਆਈ ਹੈ ਕਿ ਬੀਐਸਪੀ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਸਮਰਥਨ ਕਰ ਰਹੀ ਹੈ, ਤੇ ਜਿਹੜੇ ਆਜ਼ਾਦ ਨੇ ਉਹ ਵੀ ਕਿਤੇ ਨਾ ਕਿਤੇ ਕਾਂਗਰਸ ਸਮਰਥਨ ਕਰ ਰਹੇ ਨੇ। ਜੇ ਅਜਿਹੇ ਵਿੱਚ ਜੇ ਇਸ ਤਰ੍ਹਾਂ ਹੁੰਦਾ ਹੈ ਕਿ ਹਰੀਸ਼ ਰਾਵਤ ਉੱਥੇ ਆਪਣਾ ਬਹੁਮਤ ਸਾਬਤ ਕਰਨ ਵਿੱਚ ਕਾਮਯਾਬ ਹੋ ਜਾਂਦੇ ਨੇ, ਤਾਂ ਇੱਕ ਬਹੁਤ ਵੱਡੀ ਇੱਕ ਚਪੇੜ ਹੋਵੇਗੀ ਭਾਜਪਾ ਦੀ ਕੇਂਦਰ ਸਰਕਾਰ ਦੇ, ਕਿ ਜੋ ਵਾਰ-ਵਾਰ ਜਿਹੜੀਆਂ ਉਹ ਗੈਰ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਸਰਕਾਰਾਂ ਨੇ ਉਹਨਾਂ ਨੂੰ ਡੇਗਣ ਦਾ ਕੰਮ ਕਰ ਰਹੀ ਹੈ। ਪਹਿਲਾਂ ਅਰੁਣਾਚਲ ਪ੍ਰਦੇਸ਼ ਕਰ ਚੁੱਕੀ ਹੈ, ਫਿਰ ਹੁਣ ਉੱਤਰਾਖੰਡ ਦੀ ਵਾਰੀ ਹੈ, ਫਿਰ ਹਿਮਾਚਲ ਦੀ ਵਾਰੀ ਆ ਰਹੀ ਹੈ। ਕਹਿਣ ਦਾ ਮਤਲਬ ਕਿ ਉੱਥੇ ਵੀ ਜਿਹੜੇ ਨਾਰਾਜ਼ ਨੇ ਸਰਕਾਰ ਤੋਂ ਵਿਧਾਇਕ, ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਰ ਇਹ ਬਹੁਮਤ ਸਾਬਤ ਕਰਨ ਦੇ ਵਿੱਚ ਸਫਲ ਹੋ ਜਾਂਦੇ ਹਰੀਸ਼ ਰਾਵਤ, ਤਾਂ ਇੱਕ ਬਹੁਤ ਵੱਡੀ ਚਪੇੜ ਹੋਵੇਗੀ ਭਾਜਪਾ ਸਰਕਾਰ ਦੇ। ਅਗਰ ਨਹੀਂ ਹੁੰਦਾ ਤਾਂ ਫਿਰ ਉਹ ਪ੍ਰੈਜ਼ੈਂਟ ਰੂਲ ਫਿਰ ਉਸੇ ਤਰ੍ਹਾਂ ਜਾਰੀ ਰਹੇਗਾ। ਤਾਂ ਜਿਵੇਂ ਬੀਜੇਪੀ ਨੇ ਜੋ ਦਾਅਵਾ ਕੀਤਾ ਸੀ ਕਿ ਉਹ ਜਿਹੜੇ ਉਹਨਾਂ ਦੇ ਵਿਧਾਇਕ ਟੁੱਟੇ ਨੇ, ਜਾਂ ਜਿਹੜੀ ਰਾਵਤ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਜਿਹੜੇ ਵਿਧਾਇਕ ਤੋੜੇ ਨੇ ਉਹਨਾਂ ਨੂੰ ਲੈਣ ਦੇਣ ਕਰਕੇ ਕੀਤਾ ਹੈ, ਜਾਂ ਫਿਰ ਜਿਹੜੇ ਸਟਿੰਗ ਜਾਰੀ ਆਏ ਨੇ ਉਹਨਾਂ ਵਿੱਚ ਰਾਵਤ ਨੂੰ ਕਈ ਜਿਹੜੇ ਵਿਧਾਇਕ ਆਪਣੇ ਨਾਲ ਜੋੜਨ ਦੇ ਲਈ 25-25 ਲੱਖ ਰੁਪਏ ਦੇਣ ਦੀ ਗੱਲ ਸਾਹਮਣੇ ਆਈ ਹੈ। ਉਹ ਵੀ ਗੱਲ ਸਾਰਿਆਂ ਦੇ ਸਾਹਮਣੇ ਆ ਜਾਵੇ। ਇੱਥੇ ਪਰ ਜਿਹੜਾ ਇੱਕ ਕਾਫੀ ਇੰਪੋਰਟੈਂਟ ਪੱਖ ਆ ਉਹਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿ ਪ੍ਰੈਜ਼ੀਡੈਂਟ ਰੂਲ ਇੰਪੋਜ਼ ਕਰਨਾ, ਇਹਦੇ ਪਿੱਛੇ ਕਾਰਨ ਕੀ ਨੇ। ਇੱਕ ਕਾਰਨ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਬੀਜੇਪੀ ਕੋਲ ਲੋਕ ਸਭਾ ਕੋਲ ਬਹੁਮਤ ਆ। ਜੇ ਕੋਈ ਵੀ ਬਿੱਲ ਪਾਸ ਕਰਾਉਣਾ, ਬੀਜੇਪੀ ਲੋਕ ਸਭਾ ਤੋਂ ਬਿੱਲ ਪਾਸ ਕਰਵਾ ਸਕਦੀ ਆ। ਹੁਣ ਫਿਰ ਗੱਲ ਆਉਂਦੀ ਹੈ ਰਾਜ ਸਭਾ ਤੇ ਬੀਜੇਪੀ ਕੋਲ ਬਹੁਮਤ ਨਹੀਂ ਆ। ਬੀਜੇਪੀ ਦੀ ਅੱਖ ਬਿਹਾਰ ਤੇ ਕਾਫੀ ਜ਼ਿਆਦਾ ਸੀ ਕਿ ਅਸੀਂ ਬਿਹਾਰ ਦਾ ਇਲੈਕਸ਼ਨ ਜਿੱਤਾਂਗੇ, ਤੇ ਜੇ ਬੀਜੇਪੀ ਬਿਹਾਰ ਦਾ ਇਲੈਕਸ਼ਨ ਜਿੱਤਦੀ ਸੀ, ਬੀਜੇਪੀ ਨੂੰ ਉਮੀਦ ਬਣੀ ਰਹਿੰਦੀ ਕਿ ਰਾਜ ਸਭਾ ਵਿੱਚ ਸਾਡੇ ਨੰਬਰ ਵੱਧ ਸਕਦੇ ਨੇ। ਬਿਹਾਰ ਦਾ ਇਲੈਕਸ਼ਨ ਹਾਰਨ ਤੋਂ ਬਾਅਦ ਹੁਣ यूपी ਦੀ ਇਲੈਕਸ਼ਨ ਤੇ ਵੈਸਟ ਬੰਗਾਲ ਦੀ ਇਲੈਕਸ਼ਨ ਕਾਫੀ ਇੰਪੋਰਟੈਂਟ ਆ, ਪਰ ਸ਼ਾਇਦ ਬੀਜੇਪੀ ਨੂੰ ਉਹ ਰਾਹ ਕੁਝ ਲੰਬਾ ਲੱਗ ਰਿਹਾ ਹੈ ਜਾਂ ਫਿਰ ਉਸ ਰਾਹ ਵਿੱਚ ਕੁਝ ਅੜਚਣਾਂ ਲੱਗ ਰਹੀਆਂ ਨੇ। ਜੇ ਉਹ ਸਟੇਟ ਜਿਹਦੇ ਵਿੱਚ ਕਿ ਬੀਜੇਪੀ ਦੀ ਗਵਰਨਮੈਂਟ ਨਹੀਂ ਆ, ਉੱਥੇ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ ਵਾ, ਉਸ ਤੋਂ ਬਾਅਦ ਇਲੈਕਸ਼ਨ ਹੁੰਦੀ ਆ, ਤੇ ਬੀਜੇਪੀ ਕੋ ਚਾਂਸਸ ਵਧਦੇ ਨੇ ਕਿ ਉਹ ਰਾਜ ਸਭਾ ਵਿੱਚ ਆਪਣੇ ਨੰਬਰ ਵਧਾ ਸਕਣ। ਇਹ ਗੱਲ ਤੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਜ ਸਭਾ ਵਿੱਚ ਬਿੱਲ ਪਾਸ ਕਰਾਉਣ ਵਾਸਤੇ ਬੀਜੇਪੀ ਨੂੰ ਬਹੁਮਤ ਚਾਹੀਦਾ ਹੈ।
टाइम अपने को ज्यादा नहीं बचा, पर फिर भी पैनलिस्ट ਨੂੰ ਕਹੂੰਗਾ ਕਿ ਇਹ ਜਿਹੜੀ ਪ੍ਰੈਜ਼ੀਡੈਂਟ ਰੂਲ ਦੀ ਰਾਜਨੀਤੀ ਆ ਕਿ ਤੁਸੀਂ ਵੀ ਇਹਨੂੰ ਰਾਜ ਸਭਾ ਦੀ ਬਹੁਮਤ ਨਾਲ ਜੋੜ ਕੇ ਵੇਖਦੇ ਜੋ। ਬਿਲਕੁਲ ਹਰਪ੍ਰੀਤ ਜੀ, ਬਿਲਕੁਲ ਇਹਨੂੰ ਰਾਜ ਸਭਾ ਦੀ ਬਹੁਮਤ ਨਾਲ ਦੇ ਕੇ ਜੋੜਿਆ ਜਾ ਸਕਦਾ ਹੈ। ਜਿੱਦਾਂ ਤੁਸੀਂ ਪਹਿਲੇ ਦੱਸਿਆ ਕਿ ਜਿਹੜੀ ਐਨਡੀਏ ਗਵਰਨਮੈਂਟ ਹੈਗੀ ਆ ਉਹ ਲੋਕ ਸਭਾ ਵਿੱਚ ਤਾਂ ਬਹੁਮਤ ਹੈ, ਪਰ ਰਾਜ ਸਭਾ ਵਿੱਚ ਬਹੁਮਤ ਤੋਂ ਬਹੁਤ ਜ਼ਿਆਦਾ ਪਿਛੜੀ ਹੋਈ ਹੈ। ਬਿਹਾਰ ਦੀਆਂ ਇਲੈਕਸ਼ਨਸ ਜੇ ਜਿੱਤ ਜਾਂਦੇ ਤੇ ਸ਼ਾਇਦ ਉਹ ਜਿਹੜੇ ਬਹੁਮਤ ਦਾ ਅੰਕੜਾ ਉਹਦੇ ਲਾਗੇ ਆ ਜਾਂਦੇ, ਪਰ ਉਹ ਵੀ ਨਹੀਂ ਹੋ ਪਾਇਆ। ਤੇ ਹੁਣ ਬੀਜੇਪੀ ਜਾਂ ਐਨਡੀਏ ਦੀ ਆਪਾਂ ਗੱਲ ਕਰੀਏ, ਉਹ ਕੋਸ਼ਿਸ਼ ਕਰਦੇ ਪਏ ਆ ਕਿ ਰਾਜ ਸਭਾ ਵਿੱਚ ਕਿੱਦਾਂ ਬਹੁਮਤ 'ਚ ਆਇਆ ਜਾਵੇ। ਕਈ ਏਦਾਂ ਦੇ ਬਿੱਲ ਨੇ ਜਿਹੜੇ ਲੋਕ ਸਭਾ ਤੋਂ ਪਾਸ ਹੋ ਚੁੱਕੇ ਨੇ ਤੇ ਰਾਜ ਸਭਾ ਵਿੱਚ ਸਿਰਫ ਇਸੇ ਕਰਕੇ ਪੈਂਡਿੰਗ ਨੇ ਕਿ ਉੱਥੇ ਜਾ ਕੇ ਬਹੁਮਤ ਦਾ ਅੰਕੜਾ ਨਹੀਂ ਮਿਲਦਾ। ਪਿੱਛੇ ਜੇ ਆਪਾਂ ਦੇਖਿਆ ਵੀ ਸੀਗਾ ਕਿ ਕਈ ਏਦਾਂ ਦੇ ਬਿੱਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਜਾ ਕੇ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਦੇ ਨੇ ਕਿ ਰਾਜ ਸਭਾ ਵਿੱਚ ਉਹ ਬਿੱਲ ਪਾਸ ਹੋ ਜਾਣ। ਉਹ ਉੱਦਾਂ ਦੀ ਸਥਿਤੀ ਕ੍ਰੀਏਟ ਕਰਨਾ ਨਹੀਂ ਚਾਹੁੰਦੇ ਤੇ ਸ਼ਾਇਦ ਇਹੀ ਕਾਰਨ ਹੈ ਕਿ ਪ੍ਰੈਜ਼ੀਡੈਂਟ ਰੂਲ ਲਾ ਕੇ ਉਹ ਆਪਣਾ ਬਹੁਮਤ ਦਾ ਅੰਕੜਾ ਜਿਹੜਾ ਹੈਗਾ ਉਹਨੂੰ ਪੂਰਾ ਕਰਨਾ ਚਾਹੁੰਦੇ ਨੇ। ਜਰਮਨਜੀਤ ਸਿੰਘ ਜੀ, ਸੁਖਦੀਪ ਜੀ। ਵਾਕਿਆ ਹਰਪ੍ਰੀਤ ਜੀ, ਜਿਵੇਂ ਕਿ ਦਿਲਰਾਜ ਜੀ ਨੇ ਕਿਹਾ ਹੈ ਕਿ ਪ੍ਰੈਜ਼ੀਡੈਂਟ ਰੂਲ ਨੂੰ ਇਸੇ ਲਈ ਵਰਤਿਆ ਜਾ ਰਿਹਾ, ਤੇ ਪ੍ਰੈਜ਼ੀਡੈਂਟ ਰੂਲ ਦਾ ਇਹ ਜਿਹੜੀ ਆਪਣੀ ਮਨ ਦੀ ਖਾਹਿਸ਼ ਹੈ ਬੀਜੇਪੀ ਪੂਰਾ ਕਰਨਾ ਚਾਹੁੰਦੀ ਹੈ ਰਾਜ ਸਭਾ ਦੇ ਵਿੱਚ ਆਪਣੇ ਨੰਬਰ ਵਧਾਉਣ ਦੇ ਲਈ, ਇਹਦਾ ਬਿਲਕੁਲ ਦੁਰਵਰਤੋਂ ਹੋ ਰਹੀ ਹੈ। ਕਿਉਂਕਿ ਅਗਰ ਕਈ ਬਿੱਲ ਅਜਿਹੇ ਨੇ ਜਿਹੜੇ ਜਿਵੇਂ ਕਿ ਦਿਲਰਾਜ ਜੀ ਨੇ ਕਿਹਾ ਕਿ ਲੋਕ ਸਭਾ ਵਿੱਚ ਪਾਸ ਹੋ ਗਏ ਨੇ ਪਰ ਘੱਟ ਨੰਬਰਾਂ ਦੇ ਕਰਕੇ ਰਾਜ ਸਭਾ ਵਿੱਚ ਪਾਸ ਨਹੀਂ ਹੋ ਸਕੇ, ਕੱਲ ਨੂੰ ਅਗਰ ਜੇ ਇਸ ਤਰ੍ਹਾਂ ਹੁੰਦਾ ਹੈ ਕਿਤੇ ਨਾ ਕਿਤੇ ਕਿ ਰਾਜ ਸਭਾ ਦੇ ਵਿੱਚ ਬੀਜੇਪੀ ਦੇ ਜਿਵੇਂ ਉਹ ਹੱਥਕੰਡੇ ਅਪਣਾ ਰਹੀ ਹੈ ਜਾਂ ਉਹ ਆਪਣੇ ਨੰਬਰ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਤੇ ਜਦੋਂ ਲੋਕਾਂ ਦੇ ਵਿੱਚ ਇੱਕ ਆਮ ਰਾਏ ਹੈ ਕਿ ਬੀਜੇਪੀ ਤਾਂ ਹੀ ਥੋੜੀ ਰੁਕੀ ਹੋਈ ਹੈ ਕਿ ਉਹਨਾਂ ਦੇ ਰਾਜ ਸਭਾ ਦੇ ਵਿੱਚ ਨੰਬਰ ਘੱਟ ਨੇ, ਜੇ ਕਿਤੇ ਉਹਨਾਂ ਦੇ ਰਾਜ ਸਭਾ ਵਿੱਚ ਨੰਬਰ ਵੱਧ ਜਾਂਦੇ ਤਾਂ ਉਹ ਆਪਣੀਆਂ ਚਾਂਦਨੀਆਂ ਚਲਾ ਦੇਗੀ। ਕਹਿਣ ਦਾ ਮਤਲਬ ਹੈ ਕਿ ਉਹ ਪੂਰੀ ਤਾਨਾਸ਼ਾਹੀ ਤੇ ਉਤਰਨਗੇ ਇੱਕ ਵਾਰ ਫਿਰ। ਕਹਿਣ ਦਾ ਮਤਲਬ ਹੈ ਕਿ ਉਹ ਕਈ ਇਹੋ ਜਿਹੇ ਬਿੱਲ ਵੀ ਉਹਦੇ ਵਿੱਚ ਲਿਆਉਣਗੇ ਕਿ ਜਿਹਦੇ ਨਾਲ ਸਿਰਫ ਉਹਨਾਂ ਦੇ ਜਿਹੜੇ ਚਹੇਤੇ ਨੇ ਜਾਂ ਵੱਡੇ ਕਾਰੋਬਾਰੀ ਨੇ ਜਿਹੜੇ ਜਿਨ੍ਹਾਂ ਨੇ ਦੋਸ਼ ਲੱਗਦੇ ਰਹੇ ਨੇ ਕਿ ਇਲਜ਼ਾਮ ਲੱਗਦੇ ਰਹੇ ਨੇ ਕਿ ਬੀਜੇਪੀ ਦੀ ਕੈਂਪੇਨ ਦੇ ਵਿੱਚ ਬੀਜੇਪੀ ਇਲੈਕਸ਼ਨ ਦੇ ਵਿੱਚ ਵੱਡੇ ਕਾਰੋਬਾਰੀ ਘਰਾਣਿਆਂ ਨੇ ਉਹਨਾਂ ਨੂੰ ਪੈਸਾ ਦਿੱਤਾ ਹੈ, ਫੰਡ ਦਿੱਤਾ ਹੈ ਸਿਰਫ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ। ਜਿਹੜੇ ਛੋਟੇ ਕਾਰੋਬਾਰੀ ਆ ਉਹਨਾਂ ਦੇ ਲਈ ਨਹੀਂ ਹੋਣਗੇ ਫਾਇਦੇਮੰਦ। ਇਹੋ ਜਿਹੇ ਬਿੱਲ ਵੀ ਫਿਰ ਪਾਸ ਹੋ ਸਕਦੇ ਨੇ। ਤਾਂ ਅਜਿਹੇ ਵਿੱਚ ਜੇਕਰ ਬੀਜੇਪੀ ਪ੍ਰੈਜ਼ੀਡੈਂਟ ਰੂਲ ਦਾ ਕੋਈ ਦੁਰਵਰਤੋਂ ਕਰ ਰਹੀ ਹੈ ਤਾਂ ਇਹ ਬਹੁਤ ਹੀ ਗਲਤ ਗੱਲ ਹੈ। ਤਾਂ ਇਹ ਜਿਹੜੀ ਤੁਸੀਂ ਨੰਬਰ ਦੀ ਗੇਮ ਦੀ ਗੱਲ ਕੀਤੀ, ਇਹ ਵਾਕਿਆ ਹੀ ਉਹਦੇ ਨਾਲ ਹੀ ਜੋੜ ਕੇ ਇਹਨੂੰ ਦੇਖਿਆ ਜਾ ਸਕਦਾ ਹੈ ਕਿ ਬੀਜੇਪੀ ਜਿਹੜਾ ਰਾਸ਼ਟਰਪਤੀ ਰਾਜ ਸ਼ਾਸਨ ਦੀ ਜਿਹੜੀ ਦੁਰਵਰਤੋਂ ਕਰ ਰਹੀ ਹੈ, ਕਦੇ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਕਦੇ ਅਰੁਣਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ, ਇਹ ਸਭ ਸਿਰਫ ਇੱਕ ਰਾਜ ਸਭਾ ਦੇ ਵਿੱਚ ਆਪਣੀ ਉੱਥੋਂ ਸਰਕਾਰਾਂ ਨੂੰ ਦੇਖ ਕੇ ਉੱਥੇ ਬੀਜੇਪੀ ਦੀ ਸਰਕਾਰ ਬਣੂਗੀ ਤਾਂ ਰਾਜ ਸਭਾ ਦੇ ਵਿੱਚ ਇਹਨਾਂ ਦੇ ਮੈਂਬਰ ਵਧਣਗੇ। ਸਿਰਫ ਇਹ ਨੰਬਰ ਗੇਮ ਲਈ ਹੀ ਇਹ ਸਾਰਾ ਕੁਝ ਕਰ ਰਹੀ ਹੈ ਬੀਜੇਪੀ। ਜਰਮਨ ਜੀ, ਮੈਂ ਇਹ ਸਮਝਦਾ ਕਿ ਉੱਤਰਾਖੰਡ ਇੰਨੀ ਛੋਟੀ ਸਟੇਟ ਹੈ ਕਿ ਉਹਦੇ ਨਾਲ ਰਾਜ ਸਭਾ ਦੇ ਵਿੱਚ ਮੈਂਬਰਾਂ ਦਾ ਸੰਤੁਲਨ ਤੇ ਬਹੁਤ ਜ਼ਿਆਦਾ ਫਰਕ ਨਹੀਂ ਪੈਣ ਵਾਲਾ। ਜਿੱਦਾਂ ਕਹਿੰਦੇ ਹੁੰਦੇ ਅਸੀਂ ਕਿ ਉਸ ਦੇ ਉੱਤੇ ਛਾਨਣੀ ਰੱਖਣ ਨਾਲ ਜਾਂ ਨੋਟ ਨਾਲ ਉਸ ਦਾ ਭਾਰ ਘਟਣਾ ਜਾਂ ਵਧਣਾ ਨਹੀਂ ਆ। ਉੱਤਰਾਖੰਡ ਅਹਿਮ ਨਹੀਂ ਹੈ ਇਸ ਮਾਮਲੇ ਦੇ ਵਿੱਚ। ਅਹਿਮੀਅਤ ਸਿਰਫ ਇਸ ਗੱਲ ਦੀ ਆ ਕਿ ਭਾਰਤੀ ਜਨਤਾ ਪਾਰਟੀ ਜਦੋਂ ਅਹਿਮ ਫਲੋਰ ਟੈਸਟ ਹੋਣ ਹੀ ਵਾਲਾ ਸੀ ਉਦੋਂ ਰਾਸ਼ਟਰਪਤੀ ਰਾਜ ਲਾਗੂ ਕਿਉਂ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ। ਸੁਪਰੀਮ ਕੋਰਟ ਨੇ ਵੀ ਇੱਕ ਤਰ੍ਹਾਂ ਨਾਲ ਬਾਗੀਆਂ ਨੂੰ ਇਸੇ ਆਧਾਰ ਦੇ ਉੱਤੇ ਪਿੱਛੇ ਰੱਖਣ ਦੀ ਗੱਲ ਕੀਤੀ ਹੈ ਕਿ ਤੁਸੀਂ ਵਿਰੋਧੀ ਧਿਰ ਦੇ ਨਾਲ ਨਜ਼ਰ ਕਿਉਂ ਆਏ। ਮੇਰਾ ਖਿਆਲ ਹੈ ਜੇ ਉਹਨਾਂ ਨੂੰ ਆਗਿਆ ਮਿਲ ਵੀ ਜਾਂਦੀ, ਮੰਨ ਲਓ ਸੁਪਰੀਮ ਕੋਰਟ ਉਹਨਾਂ ਨੂੰ ਆਗਿਆ ਦੇ ਦਿੰਦੀ ਕਿ ਉਹ ਵਿਪ ਦੀ ਉਲੰਘਣਾ ਕਰਕੇ ਸਰਕਾਰ ਬੀਜੇਪੀ ਦੀ ਬਣਵਾ ਦਿੰਦੇ ਤੇ ਉਹਨਾਂ ਦੀ ਮੈਂਬਰੀ ਉਸੇ ਵੇਲੇ ਖਤਮ ਹੋ ਜਾਣੀ ਸੀ। ਸ਼ਾਇਦ ਬਾਗੀ ਵਿਧਾਇਕ ਇਹੀ ਸਮਝਦੇ ਸੀ ਕਿ ਅਸੀਂ ਇੱਕ ਵਾਰੀ ਆਪਣੀ ਮੈਂਬਰੀ ਵੀ ਦਾਅ ਦੇ ਉੱਤੇ ਲਾ ਕੇ ਭਾਰਤੀ ਜਨਤਾ ਪਾਰਟੀ ਦੇ ਕਾਰਜਾਂ ਦੇ ਵਿੱਚ ਇਹ ਸਾਬਤ ਕਰ ਦਈਏ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਪਰ ਮੈਂ ਸਮਝਦਾ ਕਿ ਤੁਸੀਂ ਜਿੱਥੋਂ ਚੋਣ ਲੜ ਕੇ ਆਏ ਹੋ, ਜੇ ਤੁਹਾਨੂੰ ਬਿਲਕੁਲ ਹੀ ਮੁੱਖ ਮੰਤਰੀ ਦੇ ਇਤਰਾਜ਼ ਹੈ ਤੇ ਤੁਹਾਨੂੰ ਰਿਜ਼ਾਈਨ ਕਰਕੇ ਚੋਣ ਦੂਸਰੀ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਨਾਲ ਦਲ ਬਦਲੀ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਹੁਣ ਜਿਹੜੀਆਂ ਸੰਭਾਵਨਾਵਾਂ ਇਹ ਲੈ ਕੇ ਅੱਜ ਜਦੋਂ 2 ਘੰਟੇ ਦੀ ਰਾਸ਼ਟਰਪਤੀ ਰਾਜ ਹਟੂਗਾ ਉਸ ਦਰਮਿਆਨ ਫਲੋਰ ਟੈਸਟ ਹੋਏਗਾ। ਫਲੋਰ ਟੈਸਟ ਦੇ ਨਤੀਜੇ ਕੁਝ ਵੀ ਆ ਸਕਦੇ ਨੇ। ਇਹ ਤਾਂ ਹਰੀਸ਼ ਰਾਵਤ ਜਿੱਤ ਜਾਂਦੇ ਨੇ ਤੇ ਬਹੁਤ ਇਸ ਗੱਲ ਦੀ ਸੰਭਾਵਨਾ ਵਾ ਕਿ ਹਰੀਸ਼ ਰਾਵਤ ਤੁਰੰਤ ਬਾਅਦ ਇਹ ਐਲਾਨ ਕਰ ਦੇਣਗੇ ਕਿ ਵਿਧਾਨ ਸਭਾ ਭੰਗ ਕੀਤੀ ਜਾਵੇ ਤੇ ਨਵੀਆਂ ਚੋਣਾਂ ਕਰਵਾ ਦਿੱਤੀਆਂ ਜਾਣ, ਕਿਉਂਕਿ ਕਾਂਗਰਸ ਪਾਰਟੀ ਨੂੰ ਅੱਜ ਦੀ ਤਰੀਕ ਦੇ ਵਿੱਚ ਬਾਗੀਆਂ ਦਾ ਮੁਕਾਬਲਾ ਕਰਨ ਦੀ ਸਭ ਤੋਂ ਵਧੀਆ ਤੇ ਇੱਕ ਕਹਿ ਲਓ ਅੱਛਾ ਰਾਹ ਇਹੀ ਮਿਲਦਾ। ਬੀਜੇਪੀ
ਨੂੰ ਰਾਸ਼ਟਰਪਤੀ ਰਾਜ ਲਾਗੂ ਕਰਨ 'ਚ ਡਬਲ ਚਪੇੜ ਵੀ ਪਊਗੀ, ਕਿਉਂਕਿ ਉਹਦੇ ਨਾਲ ਉਹ ਇਹ ਵੀ ਸਾਬਤ ਕਰ ਦੇਣਗੇ ਕਿ ਸਾਨੂੰ ਰਾਜ ਦੀ ਭੁੱਖ ਨਹੀਂ, ਪਰ ਟੈਕਨੀਕਲੀ ਸਰਕਾਰ ਨੂੰ ਕਹਿਣਾ ਪਏਗਾ, ਰਾਸ਼ਟਰਪਤੀ ਨੂੰ ਕਹਿਣਾ ਪਏਗਾ, ਗਵਰਨਰ ਨੂੰ ਕਹਿਣਾ ਪਏਗਾ ਕਿ ਬਦਲ ਦੀ ਪ੍ਰਬੰਧਾਂ ਤੱਕ ਤੁਸੀਂ ਹੀ ਬਣੇ ਰਹੋ। ਇਹਦੇ ਉਲਟ ਜੇ ਉਹ ਹਾਰ ਜਾਂਦੇ ਨੇ ਤਾਂ ਇਹ ਸਾਡੇ ਲਈ ਦੇਖਣਾ ਬਣਦਾ ਕਿ ਬੀਜੇਪੀ ਉਹਨਾਂ 9 ਵਿਧਾਇਕਾਂ ਨੂੰ ਜਿਨ੍ਹਾਂ ਦਾ ਮਾਮਲਾ ਅਜੇ ਥੋੜਾ ਦੂਰ ਜਾ ਕੇ ਹੱਲ ਹੋਣਾ, ਆਪਣੇ ਤੋੜੇ ਹੋਏ ਵਿਧਾਇਕਾਂ ਦੇ ਨਾਲ ਕਿਸ ਤਰ੍ਹਾਂ ਦੀ ਸੁਧਾਰ ਬਣਾਉਂਦੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਇੰਟਰਸਟਿੰਗ ਹੋ ਜਾਊਗਾ। ਔਰ ਜੇ ਬੀਜੇਪੀ ਕਿਸੇ ਤਰੀਕੇ ਨਾਲ ਜਿੱਤ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਬੀਜੇਪੀ ਜਿੱਤ ਦੀ ਜਸ਼ਨ ਨਾਲੋਂ ਬਦਨਾਮੀ ਦਾ ਦਾਗ ਜ਼ਿਆਦਾ ਲਵਾ ਬੈਠੀ। ਥੈਂਕ ਯੂ ਸਰਦੀਪ ਜੀ, ਥੈਂਕ ਯੂ ਜਲਰਾਜ ਜੀ, ਥੈਂਕ ਯੂ ਜਰਮਨਜੀਤ ਸਿੰਘ ਜੀ। ਭਾਵੇਂ ਪ੍ਰਧਾਨ ਮੰਤਰੀ ਦੀ ਡਿਗਰੀ ਦਾ ਮਾਮਲਾ ਹੋਵੇ, ਭਾਵੇਂ ਉੱਤਰਾਖੰਡ ਦਾ ਮਾਮਲਾ ਹੋਵੇ, ਸਾਡੀਆਂ ਅੱਖਾਂ ਇਹਨਾਂ ਮਾਮਲਿਆਂ ਤੇ ਬਣੀਆਂ ਰਹਿਣਗੀਆਂ ਤੇ ਜਿੱਦਾਂ ਹੀ ਸਾਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਮਿਲਦੀ ਆ ਅਸੀਂ ਤੁਹਾਡੇ ਸਾਹਮਣੇ ਇਹ ਜਾਣਕਾਰੀ ਨੂੰ ਜ਼ਰੂਰ ਸਾਂਝੇ ਕਰਾਂਗੇ। ਉਮੀਦ ਕਰਦੇ ਆ ਅੱਜ ਦੀ ਸਾਡੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਊਗੀ। ਸਾਡੇ ਸ਼ੋਅ ਬਾਰੇ ਕੋਈ ਵੀ ਸੁਝਾਅ ਸੁਜੈਸ਼ਨ ਤੁਸੀਂ ਹੇਠ ਲਿਖੇ ਫੋਨ ਨੰਬਰ, ਈਮੇਲ ਐਡਰੈਸ ਜਾਂ ਫਿਰ WhatsApp ਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇੱਥੋਂ ਮੈਨੂੰ, ਦਿਲਰਾਜ ਜੀ ਨੂੰ, ਸਬਦੀਸ਼ ਜੀ ਨੂੰ, ਜਰਮਨ ਜੀ ਨੂੰ ਦਿਓ ਇਜਾਜ਼ਤ। ਧੰਨਵਾਦ।